सत श्री अकाल जी, बहुत बहुत स्वागत तुहाडा। प्रोग्राम देख रहे हो उडारी विदेशों ਨੂੰ। ਤੁਹਾਨੂੰ ਪਤਾ ਹੀ ਕਿ ਇਸ ਸ਼ੋਅ ਦੇ ਵਿੱਚ ਅਸੀਂ ਹਮੇਸ਼ਾ ਬਾਹਰ ਜਾਣਾ ਹੈ, ਅਬਰੋਡ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਾਹਰ ਜਾ ਸਕਦੇ ਹੋ, ਕਿਸ ਤਰੀਕੇ ਦੇ ਨਾਲ ਤੁਹਾਡਾ ਪ੍ਰੋਸੀਜਰ ਰਹੇਗਾ, ਤੁਹਾਡੀ ਫਾਈਲ ਜਿਹੜੀ ਕੰਟਰੀ ਵਿੱਚ ਤੁਸੀਂ ਸੋਚ ਰਹੇ ਹੋ ਤੇ ਨਾਲ ਮੈਚ ਕਰ ਰਹੀ ਹੈ ਜਾਂ ਫਿਰ ਨਹੀਂ, ਜਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਪ੍ਰੋਫਾਈਲ 'ਚ ਚੇਂਜਸ ਕਰਨੇ ਪੈਣਗੇ, ਜਾਂ ਫਿਰ ਆਪਾਂ ਕਹੀਏ ਕਿ ਕੰਟਰੀ ਚੇਂਜ ਕਰਨੀ ਪਏਗੀ। ਸੋ ਬਹੁਤ ਸਾਰੇ ਡਾਊਟਸ ਹੁੰਦੇ ਨੇ ਸਾਡੇ ਸਟੂਡੈਂਟਸ ਦੇ ਮਨ ਦੇ ਵਿੱਚ, ਈਵਨ ਉਹਨਾਂ ਦੇ ਪੇਰੈਂਟਸ ਸਾਡਾ ਸ਼ੋਅ ਦੇਖ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ ਜਦੋਂ ਆਪਣੇ ਬੱਚੇ ਨੂੰ ਬਾਹਰ ਭੇਜਣਾ। ਸੋ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਸ਼ੋਅ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਨਾਲ ਜੋ ਐਕਸਪਰਟ ਹੋਣਗੇ ਉਹ ਹੋਣਗੇ EIFS ਤੋਂ ਮਿਸਟਰ ਲਵਿਸ਼। ਸੋ ਸਵਾਗਤ ਕਰ ਲੈਂਦੇ ਹਾਂ। ਹੈਲੋ ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸੋ ਸਟੂਡੈਂਟਸ ਨੂੰ ਮੈਂ ਦੱਸ ਦਿੰਦੀ ਹਾਂ ਕਿ ਅੱਜ ਮੈਂ ਕੈਨੇਡਾ ਬਾਰੇ ਵੀ ਗੱਲ ਕਰਾਂਗੀ, ਖਾਸ ਕਰਕੇ ਜਿਹੜੇ ਸਟੂਡੈਂਟ 5.5 ਬੈਂਡ ਜਿਨ੍ਹਾਂ ਦੇ 1 ਜਾਂ 2 ਮੋਡਿਊਲ 'ਚੋਂ ਆ ਜਾਂਦੇ ਨੇ, ਉਹ ਇਸ ਟਾਈਮ ਬੜੇ ਕਨਫਿਊਜ਼ ਨੇ ਕਿ ਜਾਣਾ ਸੀ ਕੈਨੇਡਾ ਹੀ ਹੈ ਪਰ ਕੀ ਕਰੀਏ, ਸਾਡੇ ਬੈਂਡ ਤਾਂ ਆ ਨਹੀਂ ਰਹੇ ਅਤੇ ਮਾਰਕੀਟ ਦੇ ਵਿੱਚ ਹਰ ਕੋਈ ਕਹਿ ਰਿਹਾ ਕਿ 5.5 ਬੈਂਡ ਦੇ ਨਾਲ ਤੁਸੀਂ ਹੁਣ ਨਹੀਂ ਜਾ ਸਕਦੇ, ਤੁਹਾਨੂੰ ਓਵਰਆਲ 6 ਬੈਂਡ ਹੀ ਲੈਣੇ ਪੈਣਗੇ। ਸੋ ਅੱਜ ਲਵਿਸ਼ ਜੀ ਕੋਲੋਂ ਇਸ ਬਾਰੇ ਵੀ ਇਨਫੋਰਮੇਸ਼ਨ ਅਸੀਂ ਲਵਾਂਗੇ, ਕਿਉਂਕਿ ਉਹਨਾਂ ਦਾ ਇੱਕ ਵੀਜ਼ਾ ਆਇਆ ਹੈਗਾ ਆ, ਉਸ ਬਾਰੇ ਵੀ ਮੈਂ ਤੁਹਾਨੂੰ ਦੱਸਾਂਗੀ, ਜਿਹਦੇ ਨਾਲ 5.5 ਬੈਂਡ ਵਾਲੇ ਸਟੂਡੈਂਟਸ ਦੇ ਲਈ ਇੱਕ ਉਮੀਦ ਦੀ ਕਿਰਨ ਜਿਹੜੀ ਹੈਗੀ ਆ ਉਹ ਲੈ ਕੇ ਆਏ ਨੇ ਲਵਿਸ਼ ਜੀ ਅੱਜ ਦੇ ਸ਼ੋਅ ਦੇ ਵਿੱਚ। ਇਸ ਤੋਂ ਇਲਾਵਾ ਮੈਂ ਜਿਹੜੇ ਬੱਚੇ ਮਈ ਇਨਟੇਕ 'ਚ ਜਾਣਾ ਚਾਹੁੰਦੇ ਨੇ ਉਹਦੇ ਲਈ ਸੀਟਾਂ ਹੈਗੀਆਂ ਕਿ ਨਹੀਂ ਹੈਗੀਆਂ, ਜਾਂ ਸਤੰਬਰ ਤੱਕ ਵੇਟ ਕਰਨਾ ਪਏਗਾ। ਆਸਟ੍ਰੇਲੀਆ ਬਾਰੇ ਗੱਲ ਵੀ ਕਰਾਂਗੇ, ਹੋਰ ਕੰਟਰੀਜ਼ ਬਾਰੇ ਗੱਲ ਵੀ ਕਰਾਂਗੇ, ਸਕੂਲਿੰਗ ਵੀਜ਼ਾ ਦੀ ਗੱਲ ਵੀ ਹੋਏਗੀ। ਸੋ ਤੁਸੀਂ ਧਿਆਨ ਦੇ ਨਾਲ ਅੱਧਾ ਘੰਟਾ ਇਸ ਸ਼ੋਅ ਨੂੰ ਦਿਓ। ਨੰਬਰ ਲਗਾਤਾਰ TV ਸਕਰੀਨ ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ ਨੂੰ ਹੁਣੇ ਨੋਟ ਕਰੋ, ਕਾਲ ਕਰੋ, ਆਫਿਸ ਦੇ ਵਿੱਚ ਵਿਜ਼ਿਟ ਕਰੋ। ਸੋ ਲਵਿਸ਼ ਜੀ, ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ 5.5 ਇਹਨਾਂ ਦੇ ਇੱਕ ਮੋਡਿਊਲ ਛੱਡੋ, 2 ਮੋਡਿਊਲ ਵਾਲਿਆਂ ਲਈ ਵੀ ਤੁਸੀਂ ਇੱਕ ਉਮੀਦ ਦੀ ਕਿਰਨ ਲੈ ਕੇ ਆਏ ਹੋ। ਤੁਹਾਡਾ ਰੀਸੈਂਟ ਆਪਾਂ ਗੱਲ ਕਰ ਰਹੇ ਸੀ ਆਫ ਦੀ ਰਿਕਾਰਡ ਕਿ ਵੀਜ਼ਾ ਹੈ। ਪਹਿਲਾਂ ਮੈਂ ਚਾਹਾਂਗੀ ਉਹੀ ਆਪਾਂ ਸ਼ੇਅਰ ਕਰਦੇ ਹਾਂ ਤਾਂ ਕਿ ਜਿਹੜੇ 5.5 ਵਾਲੇ ਲੈ ਕੇ ਬੈਠੇ ਨੇ ਉਹ ਧਿਆਨ ਦੇ ਨਾਲ ਇਸ ਸ਼ੋਅ ਨੂੰ ਸੁਣਨ, ਉਹਨਾਂ ਨੂੰ ਉਮੀਦ ਮਿਲ ਸਕੇ। ਜੀ ਪ੍ਰੀਤ, ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਮਨ ਪੁਨੀਤ ਕੌਰ ਨੂੰ। +2 ਪਾਸ ਆਊਟ ਸਟੂਡੈਂਟ 21 ਦੇ ਵਿੱਚ ਹੈਗੀ ਹੈ ਅਤੇ ਮੇਰੇ ਕੋਲ ਜਦੋਂ ਆਈ ਸੀਗੀ ਅਤੇ ਇਹਦੇ 2 ਦੇ ਵਿੱਚ 5.5 ਬੈਂਡ ਸੀਗੇ ਅਤੇ ਇਹਨੇ ਆਪਣਾ ਜੋ ਪ੍ਰੋਫਾਈਲ ਸੀਗੀ ਇਹਨੇ ਡਿਸਕਸ ਕੀਤੀ UK ਵਾਸਤੇ। UK ਵਾਸਤੇ ਆਪਾਂ ਐਨਰੋਲ ਕੀਤਾ ਸੀ, ਪਰ ਆਪਾਂ ਇਹਨੂੰ ਇੱਕ ਵਾਰ ਆਰਗਿਊ ਕੀਤਾ ਕਿ ਚਮਨ ਇੱਕ ਵਾਰ ਅਜੇ ਟਰਾਈ ਕਰਕੇ ਦੇਖ ਲੈ, ਆਇਲਸ ਦੁਬਾਰਾ ਤੋਂ ਕਰ। ਇਹਨੇ ਇਨ ਬਿਟਵੀਨ ਇਹਦਾ ਆਫਰ ਲੈਟਰ ਅਪਲਾਈਡ ਸੀਗਾ ਆਪਾਂ ਕੈਨੇਡਾ ਦੇ ਵਿੱਚ ਕੰਡੀਸ਼ਨਲ ਬੇਸਿਸ ਦੇ ਉੱਤੇ, ਲਾਈਕ ਉਹਦੀ ਆਇਲਸ ਦਾ ਉਹਨੇ ਜੋ ਟੈਸਟ ਬੁਕਿੰਗ ਕੀਤੀ ਹੈ ਉਹ ਬੁਕਿੰਗ ਦੀ ਰਿਸਿਪਟ ਨਾਲ ਲਗਾ ਕੇ ਉਹਦੀ ਸੀਟ ਹੋਲਡ ਕਰਵਾ ਲਈ ਵੈਨਕੂਵਰ ਦੇ ਵਿੱਚ। ਠੀਕ ਹੈ ਜੀ। ਗੁੜੀਆ ਨੇ ਦੁਬਾਰਾ ਤੋਂ ਐਗਜ਼ਾਮ ਦਿੱਤਾ, 1 ਦੇ ਵਿੱਚ 5.5 ਰਹਿ ਗਏ ਉਹਦੇ, ਅਤੇ ਫਿਰ ਵੀ ਉਹ ਸੀਗੀ। ਮੈਂ ਕਿਹਾ ਕੋਈ ਨਾ ਚਮਨ, ਆਪਾਂ ਤੈਨੂੰ ਕੈਨੇਡਾ ਹੀ ਭੇਜਾਂਗੇ ਜਿੱਦਾਂ ਮਰਜ਼ੀ ਹੋਵੇ। ਆਪਾਂ ਉਹਦੀ ਰਿਵੈਲੂਏਸ਼ਨ ਭਰੀ ਔਰ ਉਹ 6 ਨਾਟ ਲੈਸ ਦੈਨ 6 ਹੋ ਗਈ। ਕਿਤੇ ਨਾ ਕਿਤੇ ਇਹਦੇ ਵਿੱਚ ਮੈਂ ਇੱਕ ਗੱਲ ਕਰਨਾ, ਜਦੋਂ ਗੁੜੀਆ ਨੇ ਦੁਬਾਰਾ ਤੋਂ ਐਗਜ਼ਾਮ ਦਿੱਤਾ ਉਹਨੂੰ ਇਹ ਪਤਾ ਸੀਗਾ ਕਿ ਮੇਰੀ ਸੀਟ ਹੋਲਡ ਹੈ ਕੈਨੇਡਾ ਦੇ ਵਿੱਚ, ਵੈਨਕੂਵਰ 'ਚ ਮੇਰੀ ਸੀਟ ਹੋਲਡ ਹੈ। ਉਹਦੇ ਮਾਈਂਡ ਤੋਂ ਇੱਕ ਪਾਸੇ ਦਾ ਪ੍ਰੈਸ਼ਰ ਹਟ ਗਿਆ ਕਿ ਪਤਾ ਨਹੀਂ ਮੈਨੂੰ ਮਈ ਇਨਟੇਕ ਮਿਲੇਗਾ ਨਹੀਂ ਮਿਲੇਗਾ, ਕਿ ਸਪਟੈਂਬਰ ਦੇ ਵਿੱਚ ਜਾਵਾਂਗੀ। ਦੂਜੇ ਰਿਵੈਲੂਏਸ਼ਨ ਦੇ ਵਾਸਤੇ ਪਹਿਲਾਂ ਤਾਂ ਉਹ ਮੰਨੀ ਨਹੀਂ, ਕਹਿੰਦੀ ਕਿ ਸਰ ਮੈਂ ਤਾਂ ਸੁਣਿਆ ਕਿ ਰਿਵੈਲੂਏਸ਼ਨ ਦੇ ਵਿੱਚ ਬਹੁਤ ਰੇਅਰ ਚਾਂਸ ਹੈ। ਰਿਵੈਲੂਏਸ਼ਨ ਦੇ ਵਿੱਚ ਵੀ ਉਹਦਾ ਵਧੀਆ ਹੋਇਆ। 23 ਜਨਵਰੀ ਨੂੰ ਆਪਾਂ ਇਹਦੀ ਫਾਈਲ ਲਗਾਈ ਸੀ, ਬਿਕੋਜ਼ ਇਨ ਬਿਟਵੀਨ ਆਪਾਂ ਸਾਰੀ ਡਾਕੂਮੈਂਟੇਸ਼ਨ ਰੈਡੀ ਕਰਨਾ ਸ਼ੁਰੂ ਕਰ ਦਿੱਤੀ ਸੀਗੀ। 23 ਜਨਵਰੀ ਨੂੰ ਇਹਦੀ ਫਾਈਲ ਲਗਾਈ ਔਰ 2 ਫੈਬਰਰੀ ਨੂੰ ਇਸ ਗੁੜੀਆ ਨੂੰ ਇਹਦਾ ਵੀਜ਼ਾ ਗ੍ਰਾਂਟ ਹੋ ਗਿਆ ਇਨ ਦਾ ਰਿਕਾਰਡ ਟਾਈਮ ਆਫ 10 ਡੇਜ਼। ਫਾਈਲ ਲੱਗਣ ਦੇ 10 ਦਿਨ ਦੇ ਅੰਦਰ ਅੰਦਰ ਇਹਨੂੰ ਇਹਦਾ ਵੀਜ਼ਾ ਆਪਣਾ ਮਿਲਿਆ ਹੈ। ਹੋਸਪਿਟੈਲਿਟੀ ਦਾ ਕੋਰਸ ਰਿਹਾ ਸੀਗਾ। ਜਦੋਂ ਆਪਾਂ ਇਹਨੂੰ ਇਹ ਖੁਸ਼ਖਬਰੀ ਦਿੱਤੀ ਹੈ ਤਾਂ ਯਕੀਨ ਵੀ ਨਹੀਂ ਕਰ ਰਹੇ ਸੀਗੇ। ਕਹਿੰਦੇ ਕਿ ਸਰ 10 ਦਿਨਾਂ ਦੇ ਵਿੱਚ ਕੈਨੇਡਾ ਦਾ ਕੀ ਕਹਿੰਦੇ ਆ 2 ਮਹੀਨੇ 3 ਮਹੀਨੇ 4-5 ਮਹੀਨੇ ਲੱਗ ਜਾਂਦੇ। ਕੁਛ ਇੱਦਾਂ ਦੇ ਸਟੂਡੈਂਟ ਵੀ ਹੈਗੇ ਵੀ ਅੱਜ ਦਾ ਅਪਲਾਈ ਕੀਤਾ ਜਨਵਰੀ ਦਾ, ਸਪਟੈਂਬਰ ਤੱਕ ਵੇਟ ਕਰਦੇ ਆ ਵੀਜ਼ਾ ਦਾ। ਤਾਂ ਇਹ ਉਹਨਾਂ ਸਾਰੇ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਟਾਈਮ ਹੈਗਾ। ਜੇਕਰ ਤੁਸੀਂ 1 ਦੇ ਵਿੱਚ 5.5 ਹੈਗਾ, ਆਇਲਸ ਪ੍ਰੀਪੇਅਰ ਕਰ ਰਹੇ ਹੋ, ਰਿਫਿਊਜ਼ਡ ਹੋ, ਐਜੂਕੇਸ਼ਨ ਦੇ ਵਿੱਚ ਗੈਪ ਹੈਗਾ ਜਾਂ ਮਾਰਕਸ ਘੱਟ ਹੈਗੇ ਆ, ਟ੍ਰੇਡ ਵੋਕੇਸ਼ਨਲ ਅਦਰ ਅਕੈਡਮਿਕ ਕੋਰਸ ਲੈ ਕੇ ਤੁਸੀਂ ਮਈ ਇਨਟੇਕ ਦੇ ਵਾਸਤੇ ਇਸ ਟਾਈਮ ਆਪਣੀ ਫਾਈਲ ਪ੍ਰੋਸੈਸ ਕਰ ਸਕਦੇ ਹੋ। ਔਰ ਵੀਜ਼ਾ ਵੀ ਵਿਦਨ ਦਾ ਰਿਕਾਰਡ ਟਾਈਮ, ਬਿਕੋਜ਼ ਇਸ ਟਾਈਮ ਜੋ ਅੰਬੈਸੀ ਦਾ ਟਾਈਮ ਚੱਲ ਰਿਹਾ ਉਹ ਤੁਹਾਡਾ 30 ਦਿਨ ਤੋਂ ਲੈ ਕੇ 39 ਦਿਨ ਦੇ ਵਿੱਚ ਵੀਜ਼ਾ ਆ ਰਿਹਾ। ਮੇਰੇ ਰੀਸੈਂਟ ਜੋ ਵੀਜ਼ਾ ਆਇਆ 39 ਦਿਨ ਦੇ ਵਿੱਚ, ਪਹਿਲਾਂ ਹਰਜਸਨ ਦਾ ਆਇਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ 34 ਦਿਨ ਦੇ ਵਿੱਚ ਸਕੂਲਿੰਗ ਵੀਜ਼ਾ ਆਇਆ, 18 ਦਿਨ ਦੇ ਵਿੱਚ ਮਨਦੀਪ ਕੋਹਲ ਦਾ ਵੀਜ਼ਾ ਆਇਆ, ਹੁਣ 10 ਦਿਨ ਦੇ ਵਿੱਚ ਚਮਨਪ੍ਰੀਤ ਕੌਰ ਦਾ ਵੀਜ਼ਾ ਆਇਆ। ਤਾਂ ਜੋ ਵੀ ਬੱਚੇ ਇਸ ਟਾਈਮ ਪਲੈਨਿੰਗ ਕਰ ਰਹੇ ਆ, ਸਪਟੈਂਬਰ ਦੀ ਆਸ 'ਚ ਨਾ ਬੈਠਣ। ਜੇ ਪ੍ਰੋਫਾਈਲ 'ਚ ਹਲਕੀ ਜੀ ਵੀ ਕਮੀ ਹੈਗੀ ਹੈ, ਤੁਸੀਂ ਇਸ ਟਾਈਮ ਹੀ ਮਈ ਇਨਟੇਕ ਵਾਸਤੇ ਕਰੋ। ਅਜੇ ਵੀ ਸਾਡੇ ਕੋਲ 15 ਤੋਂ 20 ਦਿਨ ਦਾ ਟਾਈਮ ਪਿਆ ਕਿ ਆਪਾਂ ਮਈ ਇਨਟੇਕ ਦੇ ਵਾਸਤੇ ਤੁਹਾਡੀ ਫਾਈਲ ਲਗਾ ਕੇ ਹਾਈ ਕਮਿਸ਼ਨ ਦੇ ਅੱਗੇ ਪ੍ਰੈਜ਼ੈਂਟ ਕਰ ਸਕਦੇ ਹਾਂ ਵੀਜ਼ਾ ਦੇ ਵਾਸਤੇ। ਜੀ ਬਿਲਕੁਲ ਜੀ, 10 ਦਿਨ ਦੇ ਵਿੱਚ ਵੀਜ਼ਾ, ਕਿਉਂਕਿ ਕੈਨੇਡਾ ਦੇ ਲਈ ਵਾਕਈ ਕਿਹਾ ਜਾ ਰਿਹਾ ਕਿ
ਟਾਈਮ ਲੱਗ ਰਿਹਾ, ਡੈਫਰਮੈਂਟਸ ਹੋ ਰਹੀਆਂ ਨੇ, ਬੱਚਿਆਂ ਨੂੰ ਜਿਹੜਾ ਹੈਗਾ ਉਹ ਵੇਟ ਕਰਨਾ ਪਏਗਾ। ਸੋ ਲਵਿਸ਼ ਜੀ ਨੇ ਜਿਵੇਂ ਦੱਸਿਆ 10 ਦਿਨ ਦੇ ਵਿੱਚ ਵੀਜ਼ਾ ਆਇਆ, 5.5 ਬੈਂਡ ਸੀਗੇ, UK ਲਈ ਅਪਲਾਈ ਕਰਨਾ ਸੀ, ਪਰ ਉਹੀ ਹੈ ਕਿ ਮੋਟੀਵੇਸ਼ਨ ਇੱਕ ਤੁਸੀਂ ਉਹਨਾਂ ਨੂੰ ਦਿੱਤੀ ਤੇ ਉਹ ਦੁਬਾਰਾ ਆਪਣਾ ਵੀ ਆਇਲਸ ਪ੍ਰਪੇਅਰ ਕੀਤਾ ਉਹਨਾਂ ਨੇ, ਹੈ ਨਾ। 6 ਬੈਂਡ ਆ ਕੇ ਲੈ ਕੇ ਆਏ ਨੇ। ਸੋ ਤੁਸੀਂ ਵੀ ਜੀ ਜੇਕਰ ਤੁਹਾਡੇ ਘੱਟ ਬੈਂਡ ਰਹਿ ਜਾਂਦੇ ਨੇ, ਥੋੜ੍ਹੀ ਜਿਹੀ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਆ, ਇੱਕ ਵਾਰ ਦੁਬਾਰਾ ਟਰਾਈ ਕਰੋ, ਤੁਹਾਡਾ ਇੱਕ ਅੱਛੀ ਕੰਟਰੀ ਦੇ ਵਿੱਚ ਜਾਣ ਦਾ ਸੁਪਨਾ ਜਿਹੜਾ ਉਹ ਤੁਹਾਡਾ ਕਲੀਅਰ ਹੋ ਸਕਦਾ ਹੈ। ਅੱਛਾ, ਇੱਕ ਮੋਡਿਊਲ 'ਚੋਂ 5.5 ਵਾਲੇ ਜਿਹੜੇ ਹੈਗੇ ਨੇ ਉਹਨਾਂ ਲਈ ਕੈਨੇਡਾ ਦੇ ਕੋਈ ਚਾਂਸਿਸ ਹੈਗੇ ਨੇ ਕਿ 6 ਹੀ ਲੈਣੇ ਪੈਣਗੇ ਉਹਨਾਂ ਨੂੰ? ਨਹੀਂ, ਦੇਖੋ ਇਹ ਤਾਂ ਸਿਰਫ ਇੱਕ ਚੈੱਕ ਲਿਸਟ ਹੈਗੀ ਹੈ। ਜੇ ਇੱਕ 'ਚ ਵਿੱਚ 5.5 ਹੈ ਜਾਂ ਫਿਰ ਤੁਸੀਂ PT ਕੀਤੀ ਹੈ, ਤੁਹਾਡੀ ਪ੍ਰੋਫਾਈਲ ਜੋ ਹੈਗੀ ਹੈ ਨੌਨ STS ਕੈਟਾਗਰੀ ਵਿੱਚ ਜਾਂਦੀ ਹੈ। ਹੁਣ ਕਾਫੀ ਬੱਚੇ ਇਹ ਵੀ ਸੋਚਦੇ ਆ ਕਿ ਨੌਨ STS ਕਾਲਜ ਹੁੰਦਾ ਹੈ, ਇੱਦਾਂ ਦਾ ਕੁਝ ਨਹੀਂ ਹੈਗਾ। STS ਔਰ ਨੌਨ STS ਇੱਕ ਬੱਚੇ ਦੀ ਕੈਟਾਗਰੀ ਹੈ। ਜਦੋਂ ਤੁਹਾਡੇ ਇੱਕ ਦੇ ਵਿੱਚ 5.5 ਰਹਿ ਗਏ ਹੈਗੇ ਆ, ਲੇਕਿਨ ਮਾਰਕਸ ਤੁਹਾਡੇ ਠੀਕ ਹੈ, 60% ਅਬਵ ਹੈ, 70% ਅਬਵ ਹੈ, ਤੁਸੀਂ ਅਕੈਡਮਿਕ ਕੋਰਸ ਲੈ ਸਕਦੇ ਹੋ। ਜੇ ਉਹਦੇ ਤੋਂ ਘੱਟ ਹੈਗਾ ਜਾਂ ਗੈਪ ਹੈਗਾ ਵੀ ਜਿੱਦਾਂ ਵੀ, ਤਾਂ ਤੁਸੀਂ ਟ੍ਰੇਡ ਔਰ ਵੋਕੇਸ਼ਨਲ ਕੋਰਸ ਲੈ ਸਕਦੇ ਹੋ। ਦੇਖੋ, ਜੇ ਸਕੂਲ ਨੇ ਜਾਂ ਕਾਲਜ ਨੇ ਜਾਂ ਗਵਰਨਮੈਂਟ ਨੇ ਇੱਕ ਮੋਡਿਊਲ ਦੇ ਵਿੱਚ 5.5 ਨਾਲ ਬੱਚੇ ਨੂੰ ਜਾਂ PT ਦੇ ਨਾਲ ਅਸੈਪਟ ਕਰ ਰਿਹਾ ਹੈ, ਇਟ ਮੀਨਸ ਹਾਈ ਕਮਿਸ਼ਨ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀਜ਼ਾ ਗ੍ਰਾਂਟ ਦਾ ਨੋਟੀਫਿਕੇਸ਼ਨ ਦੇ ਵਾਸਤੇ ਰੱਖਿਆ ਹੋਇਆ ਕਿ ਆਪਾਂ ਵੀਜ਼ਾ ਗ੍ਰਾਂਟ ਕਰਨਾ ਹੈ। ਜਸਟ ਇੱਕ ਡਾਕੂਮੈਂਟੇਸ਼ਨ ਦਾ ਢੰਗ ਜੋ ਹੈ ਉਹ ਉਹਨਾਂ ਨੇ ਚੇਂਜ ਕਰਤਾ। ਹੁਣ ਨੌਨ STS ਵਿੱਚ ਡਾਕੂਮੈਂਟੇਸ਼ਨ ਐਡੀਸ਼ਨਲ ਕੀ ਆਉਂਦੀ ਆ, ਤੁਹਾਨੂੰ ਫੰਡਸ ਐਕਸਟਰਾ ਲਗਾਉਣੇ ਪੈਂਦੇ ਆ ਆਉਣ ਵਾਲੇ ਅਗਲੇ, ਜਿੱਦਾਂ 2 ਸਾਲ ਦਾ ਕੋਰਸ ਲਿਆ, ਪਹਿਲੇ ਸਾਲ ਦੀ ਫੀਸ ਆਪਾਂ ਭਰੀ ਹੈ, GIC ਭਰਿਆ, ਲੇਕਿਨ ਸੈਕਿੰਡ ਈਅਰ ਦਾ ਤੁਹਾਨੂੰ ਸੇਵਿੰਗ ਆਪਣੇ ਪੇਰੈਂਟਸ ਦੇ ਖਾਤੇ ਦੇ ਵਿੱਚ ਕੀ ਉਹਨਾਂ ਨੇ ਸੈਕਿੰਡ ਈਅਰ ਦੀ ਫੀਸ ਔਰ ਲਿਵਿੰਗ ਐਕਸਪੈਂਸ ਤੁਹਾਡਾ ਰੱਖਿਆ ਹੋਇਆ। ਇਨ ਐਡੀਸ਼ਨ ਇੱਕ ਕੈਨੇਡਾ ਦਾ ਪ੍ਰੀਤ ਮੈਂ ਬਹੁਤ ਮੇਜਰ ਅਪਡੇਟ ਦੇਣਾ ਚਾਹਾਂਗਾ ਕਿ ਜੋ ਬੱਚਿਆਂ ਨੂੰ ਹੁਣ ਰੀਸੈਂਟ ਰਿਫਿਊਜ਼ਲ ਮਿਲਿਆ, ਉਹਦੇ ਵਿੱਚ ਆਪਾਂ ਇੱਕ ਇਹ ਚੀਜ਼ ਦੇਖੀ ਹੈ, ਜਦੋਂ GCMS ਨੋਟਸ ਕਢਵਾਇਆ ਜਾਂ ਅਲੱਗ-ਅਲੱਗ ਕੰਪਨੀਆਂ ਨਾਲ ਵੀ ਸਾਡੀ ਲਾਇਰ ਟੀਮ ਦੇ ਨਾਲ ਗੱਲ ਹੋਈ ਹੈ, ਉਹਨਾਂ ਨੇ ਇਹ ਦੇਖਿਆ ਕਿ ਜਦੋਂ ਆਪਾਂ ਫੈਮਿਲੀ ਇਨਫੋਰਮੇਸ਼ਨ ਸ਼ੀਟ ਭਰਨੇ ਆ, ਉਹਦੇ ਵਿੱਚ ਸਾਡੀ ਪੂਰੀ ਫੈਮਿਲੀ ਦੀ ਡਿਟੇਲ ਜਾਂਦੀ ਹੈ। ਜਿੱਥੇ ਇੱਕ ਫੈਮਿਲੀ ਮੈਂਬਰ ਹੈਗਾ ਕਿ ਇਕੱਲਾ ਹੀ ਬੇਟਾ ਹੈਗਾ, ਉਹਦੇ ਵਾਸਤੇ ਆਪਾਂ 18 ਲੱਖ ਦੇ ਫੰਡ ਸ਼ੋਅ ਕਰ ਰਹੇ ਹਾਂ, ਉਹ ਸਫੀਸ਼ੀਐਂਟ ਹੈਗਾ। ਲੇਕਿਨ ਜਿੱਥੇ 2 ਜਾਂ 3 ਭੈਣ ਭਰਾ ਹੈਗੇ ਆ, ਤਾਂ ਸਾਨੂੰ ਉਹਨਾਂ ਵਾਸਤੇ ਐਡੀਸ਼ਨਲੀ ਥੋੜ੍ਹੇ ਜ਼ਿਆਦਾ ਫੰਡ ਸ਼ੋਅ ਕਰਨੇ ਪੈਂਦੇ ਆ। ਇੱਦਾਂ ਤਾਂ ਹੈ ਨਹੀਂ ਕਿ ਪੇਰੈਂਟਸ ਨੇ ਇੱਕ ਹੀ ਬੱਚੇ ਵਾਸਤੇ ਪੈਸੇ ਰੱਖੇ ਆ। ਕਾਫੀ ਮਾਰਕੀਟ ਦੇ ਵਿੱਚ ਕੰਸਲਟੈਂਟ ਇੱਦਾਂ ਗਾਈਡ ਕਰ ਰਿਹਾ ਕਿ ਕੋਈ ਨਹੀਂ, ਤੁਸੀਂ ਪਹਿਲੇ ਸਾਲ ਦੀ ਤਾਂ ਫੀਸ ਭਰੀ ਹੈ, 6-7 ਲੱਖ ਦੇ ਫੰਡ ਸ਼ੋਅ ਕਰ ਦਿਓ, ਇਨਫ ਹੈ। ਬਟ ਮੈਂ ਆਹ ਚੀਜ਼ ਦੇਖੀ ਹੈ, ਜਿੱਥੇ ਸਾਡੀ ਫੈਮਿਲੀ ਭੈਣ ਭਰਾ ਹੈਗੇ ਆ 2-3, ਉਦੋਂ ਆਪਾਂ ਜੇ ਫਾਈਨੈਂਸ਼ੀਅਲਸ ਆਪਣੇ ਘੱਟ ਸ਼ੋਅ ਕਰ ਰਹੇ ਹਾਂ, ਜੋ ਕਿ ਤੁਹਾਡੇ ਤੋਂ ਛੋਟੇ ਆ ਜਾਂ ਜੇ ਸਟੱਡੀ ਕਰ ਰਿਹਾ, ਇੱਕ ਬ੍ਰਦਰ ਸਿਸਟਰ ਇੱਦਾਂ ਦਾ ਹੁੰਦਾ ਹੈ ਕਿ ਜੋ ਮੇਜਰ ਹੋ ਚੁੱਕਿਆ, ਆਪਣੀ ਜੌਬ ਕਰ ਰਿਹਾ, ਉਹਦੀ ਗੱਲ ਨਹੀਂ ਕਰ ਰਹੇ ਆਪਾਂ। ਜੋ ਮਾਈਨਰ ਹੈਗੇ, ਜੋ ਤੁਹਾਡੇ ਤੋਂ ਛੋਟੇ ਆ ਜਾਂ ਚਲੋ ਵੱਡੇ ਵੀ ਹੈਗੇ ਪਰ ਇਹ ਸਟੱਡੀ ਕਰ ਰਿਹਾ, ਜੇ ਐਸਟੈਬਲਿਸ਼ ਨਹੀਂ ਹੋਏ, ਜੌਬ 'ਤੇ ਨਹੀਂ ਲੱਗੇ, ਉਹਨਾਂ ਵਾਸਤੇ ਵੀ ਸਾਨੂੰ ਐਡੀਸ਼ਨਲੀ ਥੋੜ੍ਹੇ 3-4 ਲੱਖ ਪਰ ਮੈਂਬਰ ਦੇ ਹਿਸਾਬ ਨਾਲ ਐਡੀਸ਼ਨਲੀ ਫੰਡ ਸ਼ੋਅ ਨੌਨ STS ਕੈਟਾਗਰੀ ਵਿੱਚ ਕਰਨੇ ਹੀ ਪੈਂਦੇ ਆ। ਸੋ ਬਿਲਕੁਲ ਜੀ, ਇਹ ਇਨਫੋਰਮੇਸ਼ਨ ਅੱਜ ਤੱਕ ਕਦੀ ਕਿਸੇ ਨੇ ਨਹੀਂ ਦਿੱਤੀ, ਪਰ ਇਹ ਕਿਤੇ ਨਾ ਕਿਤੇ ਲੌਜੀਕਲੀ ਵੀ ਸਹੀ ਹੈਗੀ ਹੈ, ਕਿਉਂਕਿ ਐਮਬੈਸੀ ਵੀ ਦੇਖਦੀ ਹੈਗੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸੋ ਅੱਛਾ, ਮਈ ਇਨਟੇਕ 'ਚ ਤੁਸੀਂ ਕਿਹਾ ਕਿ ਕਿਉਂਕਿ ਮਾਰਕੀਟ ਦੇ ਵਿੱਚ ਇਹੀ ਹੈ ਕਿ ਮਈ ਇਨਟੇਕ ਕਲੋਜ਼ ਹੋ ਗਿਆ, ਪਰ ਤੁਸੀਂ ਕਹਿ ਰਹੇ ਤੁਹਾਡੇ ਕੋਲ ਸੀਟਸ ਹੈਗੀਆਂ ਨੇ, ਹੈ ਨਾ। ਕਿੰਨੇ ਕੁ ਟਾਈਮ ਡੈਡਲਾਈਨ ਹੈਗੀ ਹੈ ਕੁਛ ਮਈ ਇਨਟੇਕ ਦੀ ਬੱਚਿਆਂ ਦੀ? ਦੇਖੋ, ਮਈ ਇਨਟੇਕ ਦਾ ਜੋ ਇਸ ਟਾਈਮ ਮੇਰੇ ਕੋਲ ਕਾਲਜਿਸ ਪਏ ਹੋਏ ਆ, ਉਹਨਾਂ ਦੀਆਂ ਕਲਾਸਿਸ ਹੈਗੀਆਂ 16 ਮਈ ਜਾਂ ਫਿਰ 24 ਮਈ ਤੋਂ। ਉਸ ਹਿਸਾਬ ਦੇ ਨਾਲ ਤੁਸੀਂ ਲਗਾ ਲਓ ਕਿ ਆਪਾਂ 60 ਦਿਨ ਪਹਿਲਾਂ ਹਾਈ ਕਮਿਸ਼ਨ ਦੇ ਅੱਗੇ ਫਾਈਲ ਪ੍ਰੈਜ਼ੈਂਟ ਕਰਨੀ ਹੁੰਦੀ ਹੈ। ਵੈਸੇ ਤਾਂ ਹਾਈ ਕਮਿਸ਼ਨ ਨੇ 30 ਡੇਜ਼ ਕਿਹਾ, ਲੇਕਿਨ ਇਸ ਟਾਈਮ 34 to 40 ਡੇਜ਼ ਜੋ ਮੈਂ ਹੁਣੇ ਤੋਂ ਅਪਡੇਟ ਕੀਤਾ ਹੈ ਕਿ ਇੰਨਾ ਵੀਜ਼ਾ ਦੇਣ ਨੂੰ ਟਾਈਮ ਲਗਾ ਰਿਹਾ ਉਹ, ਜੋ ਆਪਾਂ ਮੈਕਸਿਮਮ ਟਾਈਮ ਦੇਖ ਰਹੇ ਹਾਂ। ਤਾਂ ਸਾਨੂੰ 60 ਦਿਨ ਪਹਿਲਾਂ ਫਾਈਲ ਲਗਾਉਣੀ ਹੈ। ਤਾਂ ਇਹਦਾ ਤੁਸੀਂ ਈਜ਼ੀਲੀ ਤੁਸੀਂ ਸੋਚ ਸਕਦੇ ਹੋ ਕਿ ਆਪਾਂ ਫੈਬਰਰੀ ਐਂਡ ਜਾਂ ਮਾਰਚ ਸਟਾਰਟਿੰਗ ਤੱਕ ਆਪਣੀ ਫਾਈਲ ਸਾਡੀ ਹਾਈ ਕਮਿਸ਼ਨ ਦੇ ਵਿੱਚ ਪ੍ਰੈਜ਼ੈਂਟ ਹੋਣੀ ਚਾਹੀਦੀ ਹੈ। ਆਫਰ ਲੈਟਰ ਦੀ ਗੱਲ ਰਹੀ, ਮੈਂ ਵਿਦਨ 4 to 5 ਡੇਜ਼ ਤੁਹਾਨੂੰ ਆਫਰ ਲੈਟਰ ਕਾਲਜ ਤੋਂ ਰਿਸੀਵ ਕਰਕੇ ਦੇਵਾਂਗਾ। ਲੋਕੇਸ਼ਨਸ ਮੇਰੇ ਕੋਲ ਬਰੈਂਪਟਨ, ਟੋਰਾਂਟੋ, ਮਿਸੀਸਾਗਾ, ਵੈਨਕੂਵਰ, ਸਰੀ, ਸਿਰਫ 5 ਲੋਕੇਸ਼ਨਸ ਹੈਗੀਆਂ। ਇਹਨਾਂ ਦੇ ਵਿੱਚ ਤੁਹਾਨੂੰ ਸੀਟ ਮਿਲ ਸਕਦੀ ਹੈ ਮਈ ਇਨਟੇਕ ਦੇ ਵਾਸਤੇ। 4 ਤੋਂ 5 ਦਿਨ ਦੇ ਵਿੱਚ ਆਫਰ ਲੈਟਰ, ਇਨ ਦਿਸ ਬਿਟਵੀਨ ਟਾਈਮ ਹੀ ਆਪਾਂ ਨਾਲ GIC ਆਪਣਾ ਪ੍ਰੋਸੈਸ ਕਰ ਸਕਦੇ ਹਾਂ। ਸਾਰੀ ਡਾਕੂਮੈਂਟੇਸ਼ਨ ਫੀਸ ਵਗੈਰਾ ਭਰ ਕੇ ਵਿਦਨ 14 ਡੇਜ਼ to 22 ਡੇਜ਼ ਦੇ ਵਿੱਚ ਆਪਾਂ ਫਾਈਲ ਰੈਡੀ ਕਰਕੇ ਲਗਾ ਸਕਦੇ ਹਾਂ। ਇਹ ਪ੍ਰੀਤਿਕ ਨਾ ਬੱਚਿਆਂ 'ਤੇ ਵੀ ਬਹੁਤ ਡਿਪੈਂਡ ਕਰਦਾ ਹੈ, ਬਿਕੋਜ਼ ਜਦੋਂ ਵੀ ਕੋਈ ਬੱਚਾ ਸਾਡੇ ਕੋਲ ਵਿਜ਼ਿਟ ਕਰਦਾ, ਉਹਨੂੰ ਪਹਿਲਾਂ ਹੀ ਆਪਾਂ ਚੈੱਕਲਿਸਟ ਦੱਸ ਦਿੰਦੇ ਹਾਂ ਕਿ ਤੁਹਾਡੀ CA ਰਿਪੋਰਟ ਲੱਗਣੀ ਹੈ, ਨਹੀਂ ਲੱਗਣੀ ਹੈ, ਇਨਕਮ ਮੈਨੂੰ ਕਿੰਨੀ ਚਾਹੀਦੀ ਹੈ, J ਫਾਰਮ ਜਾਂ ਤਹਿਸੀਲਦਾਰ ਇਨਕਮ ਸਰਟੀਫਿਕੇਟ ਜਾਂ ITR, ਫਾਈਨੈਂਸ਼ੀਅਲਸ ਕਿੰਨੇ ਕੁ ਚਾਹੀਦੇ ਆ। ਤਾਂ ਇਹਨੇ 10-12 ਦਿਨ ਦੇ ਵਿੱਚ ਬੱਚੇ ਨਾਲ ਇਹ ਡਾਕੂਮੈਂਟਸ ਵੀ ਆਪਣੇ ਰੈਡੀ ਕਰ ਸਕਦੇ ਆ। ਅਤੇ ਆਪਾਂ ਦੁਬਾਰਾ ਤੋਂ ਕਹਿੰਦਾ ਕਿ ਮਾਰਚ ਦੇ ਸਟਾਰਟਿੰਗ ਤੱਕ ਵੀ ਆਪਾਂ 8-10 ਮਾਰਚ ਤੱਕ ਵੀ ਤੁਹਾਡੀ ਜੇ ਫਾਈਲ ਹਾਈ ਕਮਿਸ਼ਨ ਦੇ ਵਿੱਚ ਲਗਾਈਏ ਤਾਂ ਆਪਾਂ ਪ੍ਰੈਟੀ ਮਚ ਸ਼ੋਰ ਹੈਗੇ ਕਿ ਆਪਾਂ ਮਈ ਇਨਟੇਕ ਦੇ ਵਾਸਤੇ ਵੀਜ਼ਾ ਲੈ ਸਕਦੇ ਹਾਂ।
ਜੀ ਬਿਲਕੁਲ ਜੀ। ਸੋ ਜਲਦੀ ਕਰੋ, ਫੈਬ ਐਂਡ ਮਾਰਚ ਸਟਾਰਟ ਤੱਕ ਤੁਸੀਂ ਮਈ ਇਨਟੇਕ ਦੇ ਲਈ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ, ਜੇਕਰ ਤੁਹਾਨੂੰ ਲੱਗਦਾ ਤੁਹਾਡੇ ਸਾਰੇ ਡਾਕੂਮੈਂਟਸ ਪੂਰੇ ਆ, ਜੇਕਰ ਪੂਰੇ ਨਹੀਂ ਵੀ ਹੈਗੇ ਇੱਕ ਵਾਰੀ ਗੱਲ ਕਰ ਲਓ ਤੁਸੀਂ, ਕਿਉਂਕਿ ਕਈ ਵਾਰੀ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਸਾਨੂੰ ਕੀ ਕੁਝ ਚਾਹੀਦਾ ਹੈਗਾ ਆ। ਸੋ ਜਲਦੀ ਮਈ ਇਨਟੇਕ ਦੇ ਵਿੱਚ ਵੀ ਤੁਸੀਂ ਪਹੁੰਚ ਸਕਦੇ ਹੋ, ਨਹੀਂ ਤਾਂ ਸਤੰਬਰ ਇਨਟੇਕ ਤੱਕ ਤੁਹਾਨੂੰ ਵੇਟ ਕਰਨਾ ਪਏਗਾ। ਪਰ ਜਿਹੜੀਆਂ ਲੋਕੇਸ਼ਨ ਤੁਸੀਂ ਦੱਸੀਆਂ ਨੇ ਅੱਛੀਆਂ ਲੋਕੇਸ਼ਨਸ ਡ੍ਰੀਮ ਲੋਕੇਸ਼ਨ ਸਾਰੇ ਬੱਚਿਆਂ ਦੀ ਮੇਜਰ ਹੁੰਦਾ ਹੀ ਹੈ ਕਿ ਟੋਰਾਂਟੋ ਜਾਣਾ ਜਾਂ ਮੈਂ ਵੈਨਕੂਵਰ ਜਾਣਾ ਹੈ। ਜੀ ਜੀ ਠੀਕ ਹੈ, ਜੇਕਰ ਤੁਸੀਂ ਵਿਨੀਪੈਗ ਐਡਮਿੰਟਨ ਇਸ ਸਾਈਡ ਦੀ ਗੱਲ ਕਰਦੇ ਹੋ ਤਾਂ ਸਾਰਿਆਂ ਨੂੰ ਪਤਾ ਕਿ ਉੱਧਰ ਸੀਟਸ ਬਹੁਤ ਘੱਟ ਹੁੰਦੀਆਂ ਤੇ ਉਹਦੇ ਵਾਸਤੇ ਸਿਰਫ ਇਕੱਲਾ ਸਪਟੈਂਬਰ ਇਨਟੇਕ ਹੁੰਦਾ ਹੈ, ਔਰ ਉਹ ਮੋਸਟ ਪ੍ਰੋਬੇਬਲੀ ਜਿੰਨਾ ਵੀ ਹੁੰਦਾ ਉਹ ਪਹਿਲਾਂ ਹੀ ਉੱਧਰ ਦੀਆਂ ਸੀਟਾਂ ਫਿਲ ਹੁੰਦੀਆਂ, ਕਿਉਂਕਿ ਅਜੇ ਵੀ ਮੈਂ ਦੇਖ ਰਿਹਾ ਕਿ ਵਿਨੀਪੈਗ ਸਾਈਡ 2024 ਦੀਆਂ ਬੱਚਿਆਂ ਨੇ ਵੀ ਸੀਟਾਂ ਹੋਲਡ ਕਰਾਈਆਂ ਹੋਈਆਂ। ਤਾਂ ਇੱਕ ਵਾਰ ਜਿਸ ਬੱਚੇ ਨੇ ਵੀਜ਼ਾ ਲੈਣਾ, ਦੇਖੋ ਸਾਡਾ ਪ੍ਰਾਇਮਰੀ ਮੋਟਿਵ ਕੀ ਹੈਗਾ ਕਿ ਆਪਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੈਣਾ ਹੈ, 2 ਸਾਲ ਦੀ ਸਟੱਡੀ ਕਰਨੀ ਹੈ, 3 ਸਾਲ ਦਾ ਸਾਨੂੰ ਪੋਸਟ ਸਟੱਡੀ ਵਰਕ ਪਰਮਿਟ ਚਾਹੀਦਾ ਤਾਂ ਕਿ ਆਪਾਂ PR ਵਾਸਤੇ ਐਲੀਜੀਬਲ ਹੋ ਸਕੀਏ। ਤੇ ਕਿਤੇ ਨਾ ਕਿਤੇ ਬੱਚਿਆਂ ਨੂੰ ਇੱਕ ਪਾਸੇ ਥੋੜ੍ਹਾ ਜਿਹਾ ਕੰਪਰੋਮਾਈਜ਼ ਵੀ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਜੇ ਤੁਹਾਡਾ ਡ੍ਰੀਮ ਡੈਸਟੀਨੇਸ਼ਨ ਟੋਰਾਂਟੋ ਹੈਗਾ ਤੇ ਤੁਸੀਂ ਟੋਰਾਂਟੋ ਨਾ ਜਾਓ, ਨਹੀਂ, ਇੱਕ ਪਾਸੇ ਤੁਸੀਂ ਟੋਰਾਂਟੋ ਦਾ ਆਫਰ ਲੈਟਰ ਵੀ ਅਪਲਾਈ ਕਰੋ, ਦੂਜੇ ਪਾਸੇ ਵੈਨਕੂਵਰ ਜਾਂ ਕਿਸੇ ਅਦਰ ਲੋਕੇਸ਼ਨ ਦਾ ਵੀ ਕਰਕੇ ਰੱਖੋ। ਉਹਦੇ ਨਾਲ ਸਾਨੂੰ ਬੈਨੀਫਿਟ ਇੱਕ ਚੀਜ਼ ਦਾ ਇਹ ਹੁੰਦਾ ਹੈ ਕਿ ਆਪਾਂ ਕਿ ਟੋਰਾਂਟੋ ਦਾ ਬਾਈ ਚਾਂਸ ਸਾਡਾ ਆਫਰ ਲੈਟਰ ਡਿਲੇਟ ਹੋ ਗਿਆ, ਜਿਵੇਂ ਪਬਲਿਕ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਮੈਗਿਲ ਯੂਨੀਵਰਸਿਟੀ ਹੈ 4 ਤੋਂ 6 ਮਹੀਨੇ ਦਾ ਟਾਈਮ ਲੈਂਦੀ ਹੈ ਤੁਹਾਨੂੰ ਆਫਰ ਲੈਟਰ ਦੇਣ ਨੂੰ। ਤਾਂ ਜੇ ਇੱਕ ਪਾਸੇ ਦਾ ਸਾਡਾ ਆਫਰ ਲੈਟਰ ਡਿਲੇਡ ਹੈ, ਜੇ ਦੂਜੇ ਪਾਸੇ ਨੂੰ ਆ ਜਾਂਦਾ ਹੈ ਔਰ ਆਪਾਂ ਟਾਈਮ ਨੂੰ ਪਹੁੰਚ ਰਹੇ ਹਾਂ ਵੀ ਹਾਂ ਵੀ ਹੁਣ ਤੱਕ ਫਾਈਲ ਲੱਗਣ ਦਾ ਟਾਈਮ ਆ ਰਿਹਾ, ਤਾਂ ਆਪਾਂ ਉੱਧਰ ਵਾਸਤੇ ਆਪਣੀ ਫਾਈਲ ਪ੍ਰੋਸੈਸ ਕਰ ਸਕਦੇ ਹਾਂ। ਦੂਜੀ ਗੱਲ ਲੋਕੇਸ਼ਨ ਦਾ, ਮੈਂ ਤਾਂ ਬੱਚਿਆਂ ਨੂੰ ਜਦੋਂ ਵੀ AFS ਤੁਸੀਂ ਸਾਡੇ ਰਾਹੀਂ ਅਪਲਾਈ ਕਰਦੇ ਹੋ, ਸਟੂਡੈਂਟ AFS ਰਾਹੀਂ, ਸਾਡਾ ਇੱਕ ਮੋਟਿਵ ਇਹ ਰਹਿੰਦਾ ਕਿ ਆਪਾਂ ਬੱਚੇ ਦੀ 2 ਜਾਂ 3 ਸਕੂਲ ਜਾਂ ਕਾਲਜਿਸ ਦੇ ਵਿੱਚ ਐਡਮਿਸ਼ਨ ਪ੍ਰੋਸੈਸ ਕਰੀਏ। ਮੈਂ ਸਾਰੇ ਦਰਸ਼ਕਾਂ ਨਾਲ ਡਿਸਕਸ ਕਰਨਾ ਚਾਹੂੰਗਾ। ਜੋ ਆਪਣਾ ਰੀਸੈਂਟ ਇੱਕ ਵੀਜ਼ਾ ਆਇਆ ਸੀ ਮਨਦੀਪ ਨਾਮ ਦੇ ਸਟੂਡੈਂਟ ਦਾ 18 ਦਿਨਾਂ ਦੇ ਵਿੱਚ, ਉਹਨੇ ਪਹਿਲਾਂ ਟੋਰਾਂਟੋ ਵਾਸਤੇ ਪ੍ਰੋਸੈਸ ਕੀਤਾ ਸੀਗਾ ਸਾਡੇ ਥਰੂ, ਲੇਕਿਨ ਜਦੋਂ ਮੇਰੀ ਲਾਇਰ ਟੀਮ ਦੇ ਨਾਲ ਨਵੰਬਰ ਐਂਡ ਦੇ ਵਿੱਚ ਉਹਦੀ ਫਾਈਲ ਲੱਗਣੀ ਸੀਗੀ, ਆਪਾਂ ਇਹੋ ਡਿਸਕਸ ਕੀਤਾ ਕਿ ਸ਼ਾਇਦ ਇਸ ਸਕੂਲ ਦਾ ਕਾਲਜ ਦਾ ਹੁਣ ਥੋੜ੍ਹਾ ਜਿਹਾ ਸਕਸੈਸ ਰੇਟ ਹੈ ਕਿ ਸੀਟਸ ਫਿਲ ਹੋ ਗਈਆਂ, ਵੀਜ਼ਾ ਆਉਣ ਦੇ ਵਿੱਚ ਦਿੱਕਤ ਆ ਸਕਦੀ ਹੈ। ਆਪਾਂ ਬੱਚੇ ਤੋਂ ਵਿਦਿਨ ਮੈਂ 3 ਡੇਜ਼ ਉਹਦੀ ਟਿਊਸ਼ਨ ਫੀ ਟ੍ਰਾਂਸਫਰ ਵਗੈਰਾ ਸਾਰਾ ਕੁਝ ਕਰਵਾ ਕੇ ਕਾਲਜ ਚੇਂਜ ਕਰਕੇ ਉਹਦਾ ਸਰੀ ਨੂੰ ਯੂਨੀਵਰਸਿਟੀ ਕੈਨੇਡਾ ਵੈਸਟ ਦੇ ਵਿੱਚ ਮੂਵ ਕੀਤਾ। 2 ਦਸੰਬਰ ਨੂੰ ਫਾਈਲ ਲਗਾਈ, 18 ਦਸੰਬਰ ਨੂੰ ਉਹਦਾ ਵੀਜ਼ਾ ਆਇਆ। ਪ੍ਰਾਇਮਰੀ ਦੇਖੋ ਪ੍ਰੀਤ ਨੂੰ ਬੱਚੇ ਨੂੰ ਕੀ ਚਾਹੀਦਾ ਸੀ, ਕੈਨੇਡਾ ਦਾ ਵੀਜ਼ਾ, ਸਟੱਡੀ ਔਰ ਪੋਸਟ ਸਟੱਡੀ ਵਰਕ ਪਰਮਿਟ। ਟੋਰਾਂਟੋ ਨਹੀਂ ਹੋ ਸਕਿਆ ਉਹਦਾ ਤਾਂ ਸਰੀ ਹੋ ਗਿਆ, ਬਟ ਸਭ ਤੋਂ ਵੱਡੀ ਗੱਲ ਹੈ ਬੱਚੇ ਨੂੰ ਰਿਫਿਊਜ਼ਲ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਇਸ ਬੱਚੇ ਦੀਆਂ ਸਪਲੀ ਜੋ ਕੰਪਾਰਟਮੈਂਟ ਜਿਹਨੂੰ ਕਹਿੰਦੇ ਆ ਉਹ ਵੀ 8 ਤੋਂ ਜ਼ਿਆਦਾ ਸੀਗੀਆਂ। ਠੀਕ ਹੈ, ਆਪ ਸਾਡੇ ਤੁਸੀਂ YouTube ਤੇ Facebook ਤੇ ਪੇਜ ਤੇ ਵੀ ਦੇਖ ਸਕਦੇ ਹੋ, ਬੱਚੇ ਨੇ ਆਪ ਹੀ ਕਿਹਾ ਹੋਇਆ ਕਿ ਮੇਰੀਆਂ ਕੰਪਾਰਟਮੈਂਟਸ ਜ਼ਿਆਦਾ ਸੀਗੀਆਂ ਔਰ ਕਿਤੇ ਨਾ ਕਿਤੇ ਮੈਂ ਡਾਊਟ ਸੀਗਾ ਕਿ ਮੇਰਾ ਸ਼ਾਇਦ ਕੈਨੇਡਾ ਦਾ ਨਹੀਂ ਹੋਏਗਾ। ਲੇਕਿਨ ਆਪਾਂ ਇਸ ਸਟੂਡੈਂਟ ਨੂੰ, ਇਹਦੇ ਪੇਰੈਂਟਸ ਨੂੰ ਔਰ ਖਾਸ ਕਰ ਇਹਦੇ ਬ੍ਰਦਰ ਨੂੰ ਜਿੱਦਾਂ ਗਾਈਡ ਕੀਤਾ ਕਿ ਸਾਨੂੰ ਆਹ ਡਾਕੂਮੈਂਟ ਤੁਸੀਂ ਰੈਡੀ ਕਰਕੇ ਦਿਓ, ਇਹਦੇ ਵਿੱਚ ਇਹਦੇ ਬ੍ਰਦਰ ਦੀ ਇਨਕਮ ਸੋਰਸ ਵੀ ਆਪਾਂ ਐਡ ਕੀਤੀ ਸੀਗੀ। ਤਾਂ ਜਦੋਂ ਹੁਣੇ ਪਾਸਪੋਰਟ ਮੇਰੇ ਕੋਲੋਂ ਲੈ ਕੇ ਗਿਆ ਤਾਂ ਬਹੁਤ ਹੈਪੀ ਸੀਗਾ। ਹੁਣ 12 ਤਰੀਕ ਨੂੰ ਇਹਦੀ ਫਲਾਈਟ ਹੈਗੀ ਹੈ। ਤਾਂ ਇਹਦਾ ਇੱਕ ਜੋ ਸੁਪਨਾ ਸੀਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੈਣ ਦਾ, ਐਂਡ ਟਾਈਮ 'ਤੇ AFS ਨੇ ਸਹੀ ਡਿਸੀਜ਼ਨ ਲਿਆ, ਇਹਦਾ ਕਾਲਜ ਚੇਂਜ ਕੀਤਾ ਔਰ ਬੱਚੇ ਦਾ ਸੁਪਨਾ ਜੋ ਸਾਕਾਰ ਹੋਇਆ। ਬਿਲਕੁਲ ਜੀ, ਇੰਨਾ ਵੀਕ ਪ੍ਰੋਫਾਈਲ ਜਿਹੜਾ, ਇੰਨੇ ਵੀਕ ਪ੍ਰੋਫਾਈਲ ਨੂੰ ਤਾਂ ਵੈਸੇ ਹੀ ਕਿਹਾ ਜਾਂਦਾ ਕਿ ਕੋਈ ਛੋਟੀ ਕੰਟਰੀ ਦੇ ਵਿੱਚ ਚਲੇ ਜਾਓ, ਕੈਨੇਡਾ 'ਚ ਤੁਹਾਡਾ ਵੀਜ਼ਾ ਨਹੀਂ ਆ ਸਕਦਾ। ਸੋ AFS ਨੇ ਸਾਕਾਰ ਕੀਤਾ ਜੀ ਸੁਪਨਾ, ਤੁਸੀਂ ਚੈੱਕ ਵੀ ਕਰ ਸਕਦੇ ਹੋ। ਅੱਛਾ, ਡਾਕੂਮੈਂਟ ਜਾਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੇਕਰ ਆਪਾਂ ਥੋੜ੍ਹੀ ਜਿਹੀ ਡਿਟੇਲ 'ਚ ਗੱਲ ਕਰੀਏ ਜਦੋਂ ਬੱਚੇ ਨੇ ਅਬਰੋਡ ਅਪਲਾਈ ਕਰਨਾ? ਦੇਖੋ, ਸਭ ਤੋਂ ਪਹਿਲਾਂ ਤਾਂ ਇੱਕ ਫਾਈਨੈਂਸ਼ੀਅਲਸ ਬਹੁਤ ਜ਼ਰੂਰੀ ਹੈ ਡਾਕੂਮੈਂਟੇਸ਼ਨ ਦੇ ਵਿੱਚ। ਜੋ ਬੱਚੇ ਵੱਲੋਂ ਤਾਂ ਆਇਲਸ ਔਰ ਅਕੈਡਮਿਕ ਸਾਰਿਆਂ ਨੂੰ ਪਤਾ ਹੈ। ਜੇ ਗੈਪ ਹੈਗਾ ਤਾਂ ਗੈਪ ਦੇ ਵਿੱਚ ਕੀ ਹੈਗਾ ਕਿ ਆਪਾਂ ਵਰਕਿੰਗ ਐਕਸਪੀਰੀਅੰਸ ਹੈ। ਹੁਣ ਮੋਸਟਲੀ ਕੀ ਕਰਦੇ ਆ ਜੋ ਏਜੰਟ ਹੈਗੇ ਉਹ ਗਾਈਡ ਕਰ ਦਿੰਦੇ ਆ ਸੈਲਰੀ ਸਲਿੱਪ ਬਣਵਾ ਕੇ ਲਗਾ ਦਿਓ। ਉਹ ਦਰਸ਼ਕ ਵੀ ਉਨੇ ਕੁ ਸਮਝਦਾਰ ਹੈਗੇ, ਉਹਨਾਂ ਨੂੰ ਵੀ ਆਪ ਦਾ ਇੰਨਾ ਪਤਾ ਹੈ ਕਿ ਸੈਲਰੀ ਸਲਿੱਪ ਤਾਂ ਐਂ ਹੀ ਬਣ ਜਾਂਦੀਆਂ, ਅੰਬੈਸੀ ਉਹਨੂੰ ਕਿਉਂ ਕੰਸੀਡਰ ਕਰੇਗੀ। ਉਸ ਤੋਂ ਵਧੀਆ ਗਵਰਨਮੈਂਟ ਦਾ ਪ੍ਰੂਫ ਹੈਗਾ ਜੋ ਤੁਸੀਂ ਇਹਦੀ ਰਾਹ 'ਤੇ ਲਗਾ ਸਕਦੇ ਹੋ। ਆਪਾਂ ਆਪਣਾ ਆਫਰ ਲੈਟਰ ਐਕਸਪੀਰੀਅੰਸ ਲਗਾਇਆ, ਨਾਲ ਸੈਲਰੀ ਬੇਸ 'ਤੇ ITR ਭਰ ਕੇ ਲਗਾਓ। ਨੀਲਦੀ ਹੈਗੀ ਹੈ ਤੁਹਾਡੀ ਸੈਲਰੀ 8,000 ਹੈ 18,000 ਹੈ, ਡਜ਼ਨਟ ਮੈਟਰ, ਲੇਕਿਨ ਜੋ ਵੀ ਆਪਾਂ ਇੱਕ ਇਨਕਮ ਲੈ ਰਹੇ ਹਾਂ, ਜੋ ਆਪਾਂ ਸੈਲਰੀ ਲੈ ਰਹੇ ਹਾਂ, ਜੋ ਉਹਦੇ ਉੱਤੇ ਬੇਸ 'ਤੇ ਆਪਾਂ ITR ਭਰਾਂਗੇ ਸੈਲਰੀ ਬੇਸ ਦੇ ਉੱਤੇ, ਉਹ ਸੈਲਰੀ ਸਲਿੱਪ ਦੇ ਬਜਾਏ 100 ਗੁਣਾ ਜ਼ਿਆਦਾ ਇੱਕ ਵੈਲਿਡ ਐਵੀਡੈਂਸ ਮੰਨਿਆ ਜਾਏਗਾ ਕਿ ਤੁਸੀਂ ਜੋਬ ਕਰ ਰਹੇ ਹੋ। ਦੂਜਾ ਆ ਗਿਆ ਸਾਡੇ ਫਾਈਨੈਂਸ਼ੀਅਲਸ ਦਾ। ਹੁਣੇ ਮੈਂ ਤੁਹਾਨੂੰ ਡਿਸਕਸ ਕਰਕੇ ਦੱਸਿਆ ਕਿ ਸਾਨੂੰ ਕਿੰਨੀ ਕੁ ਲੋੜ ਪੈਂਦੀ ਹੈ, ਬ੍ਰਦਰ ਸਿਸਟਰ ਦੇ ਹਿਸਾਬ ਨਾਲ, ਫੈਮਿਲੀ ਮੈਂਬਰ ਦੇ ਹਿਸਾਬ ਨਾਲ ਹੈ। ਕੌਣ ਕਰ ਸਕਦਾ ਹੈ? ਮੰਮੀ ਪਾਪਾ, ਦਾਦਾ ਦਾਦੀ, ਨਾਨਾ ਨਾਨੀ। ਫਸਟ ਬਲੱਡ ਦੇ ਵਿੱਚ ਬ੍ਰਦਰ ਔਰ ਸਿਸਟਰ ਜੇ ਅਨਮੈਰਿਡ ਹੈ ਤਾਂ ਉਹ ਵੀ ਕਰ ਸਕਦਾ, ਬਟ ਉਹਨਾਂ ਦੀ 70% ਵੈਲਿਊ ਆਪਾਂ ਕਾਊਂਟ ਕਰਨੇ ਆ। ਔਰ ਵੈਸੇ ਵੀ ਬ੍ਰਦਰ ਔਰ ਸਿਸਟਰ ਦੀ ਮੈਂ ਇਹ ਕਹੂੰਗਾ ਕਿ ਜੇ ਇਨਕਮ ਹੈਗੀ ਹੈ, ਖਾਸ ਕਰ ਜੇ ਫਾਰਮ ਐਗਰੀਕਲਚਰ, ਬਿਕੋਜ਼ ਸਾਂਝੀ ਜ਼ਮੀਨ ਹੁੰਦੀ ਹੈ ਨਾ, ਕਿ ਪਾਪਾ ਦੇ ਨਾਮ 'ਤੇ ਆ ਰਿਹਾ, ਬ੍ਰਦਰ ਦੇ ਨਾਮ 'ਤੇ ਜੇ ਫਾਰਮ ਆ ਰਿਹਾ, ਆਪਾਂ ਐਜ਼ ਇਨਕਮ ਉਹਨਾਂ ਨੂੰ ਐਡ ਕਰ ਸਕਦੇ ਹਾਂ। ਜੇ ਆਪਾਂ ਨੋਨ STS ਦੇ ਵਿੱਚ ਹੈਗੇ ਹਾਂ ਫਿਰ ਸਾਨੂੰ CA ਰਿਪੋਰਟ ਦੀ ਵੀ ਲੋੜ ਪੈ ਸਕਦੀ ਹੈ। ਆਪਾਂ ਉਹ ਸਾਰੀ ਚੀਜ਼ਾਂ ਡਿਸਕਸ ਕਰਨੇ ਆ ਕੋਰਸ ਔਰ ਕਾਲਜ ਦੇਖ ਕੇ। ਮੇਰੇ ਕੋਲ ਕਾਫੀ ਦਰਸ਼ਕ ਫ਼ੋਨ 'ਤੇ ਵੀ ਸਲਾਹ ਲੈਂਦੇ ਕਿ ਸਰ ਡਾਕੂਮੈਂਟ ਦੱਸੋ,
ITR ਕਿੰਨੇ ਦੀ ਚਾਹੀਦੀ ਹੈ, ਜੇ ਫਾਰਮ ਕਿੰਨੇ ਦੇ ਚਾਹੀਦੇ ਆ, ਫੰਡਸ ਕਿੰਨੇ ਕਰਦੇ ਚਾਹੀਦੇ। ਇਹ ਕਦੇ ਵੀ ਆਪਾਂ ਪ੍ਰੀ ਐਜ਼ਿਊਮ ਨਹੀਂ ਕਰ ਸਕਨੇ, ਸਿਰਫ ਅੰਦਾਜ਼ਾ ਲਗਾ ਸਕਨੇ ਆ। ਬਿਕੋਜ਼ ਇੱਕ ਕਾਲਜ ਦੀ ਫੀਸ $13,000 ਹੈ ਤਾਂ ਦੂਜੇ ਦੀ 18 ਵੀ ਹੋ ਸਕਦੀ ਹੈ, ਯੂਨੀਵਰਸਿਟੀ ਦੀ $24,000 ਵੀ ਹੋ ਸਕਦੀ ਹੈ। ਉਸ ਹਿਸਾਬ ਨਾਲ ਸਾਡੇ ਕਿੰਨੇ ਚਿਰ ਦਾ ਕੋਰਸ ਹੈਗਾ, ਸਾਲ ਦਾ, 2 ਸਾਲ ਦਾ, 3 ਸਾਲ ਦਾ ਐਡਵਾਂਸ ਡਿਪਲੋਮਾ ਜਾਂ ਡਿਗਰੀ ਲਈ ਹੈ, ਉਸ ਨਾਲ ਸਾਡੀ ਫੰਡਿੰਗ ਦੀ ਰਿਕੁਆਇਰਮੈਂਟ ਵਗੈਰਾ ਜੋ ਵੀ ਆ ਉਹ ਉੱਪਰ ਨੀਚੇ ਹੋ ਸਕਦੀ ਹੈ। ਜਦੋਂ ਵੀ ਤੁਸੀਂ EIFS ਰਾਹੀਂ ਅਪਲਾਈ ਕਰਦੇ ਹੋ, ਜਦੋਂ ਤੁਹਾਡਾ ਆਫਰ ਲੈਟਰ ਆਉਂਦਾ, EIFS ਤੁਹਾਨੂੰ ਬਕਾਇਦਾ ਇੱਕ ਚੈੱਕਲਿਸਟ ਦਿੰਦਾ ਕਿ ਤੁਹਾਡੇ ਇਹਨਾਂ ਡਾਕੂਮੈਂਟਸ ਦੀ ਸਾਨੂੰ ਲੋੜ ਪੈਣੀ ਹੈ, ਇੱਦਾਂ ਇੱਦਾਂ ਆਪਾਂ ਰੈਡੀ ਕਰਨੇ ਆ। ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ, ਤੁਸੀਂ ਸਾਡੇ ਤੋਂ ਬਿਲਕੁਲ ਹੈਲਪ ਲੈ ਸਕਦੇ ਹੋ। ਆਪਾਂ ਤੁਹਾਨੂੰ ਚੱਲਣ ਦਾ ਰਾਹ ਦੱਸਦੇ ਨੇ ਕਿ ਆਹ ਡਾਕੂਮੈਂਟ ਇੱਦਾਂ ਰੈਡੀ ਹੋਣਾ ਹੈ, ਆਹ ਡਾਕੂਮੈਂਟ ਇੱਦਾਂ ਰੈਡੀ ਹੋਣਾ ਹੈ। EIFS ਇਹਦੇ ਵਿੱਚ ਜਿੰਨੀ ਵੀ ਅਸਿਸਟੈਂਸ ਹੈਗੀ ਹੈ, ਚਾਹੇ ਫਾਈਨੈਂਸ਼ੀਅਲਸ, ਚਾਹੇ ਡਾਕੂਮੈਂਟੇਸ਼ਨ ਦੇ ਵਿੱਚ ਜੋ ਗਾਈਡੈਂਸ ਦੀ ਲੋੜ ਪੈਂਦੀ ਹੈ, ਉਹ ਆਪਾਂ ਸਾਰਿਆਂ ਸਟੂਡੈਂਟਸ ਨੂੰ ਗਾਈਡ ਕਰਨੇ ਆ ਤਾਂ ਕਿ ਉਹ ਆਪਣੀ ਫਾਈਲ ਜੋ ਹੈਗੀ ਹੈ ਬਿਨਾਂ ਹਰਾਸ ਹੋਏ ਰੈਡੀ ਕਰ ਸਕਣ। ਜੀ ਬਿਲਕੁਲ ਜੀ। ਸੋ ਡਾਕੂਮੈਂਟਸ ਵੀ ਤੁਹਾਨੂੰ ਕਲੀਅਰ ਹੋ ਗਏ ਜੀ। ਕੈਨੇਡਾ ਦੀ ਅਸੀਂ ਗੱਲ ਕੀਤੀ ਹੈ, EIFS ਤੋਂ ਮਿਸਟਰ ਲਵਿਸ਼ ਮਹਾਜਨ ਸਾਡੇ ਨਾਲ ਨੇ। ਆਈ ਹੋਪ ਤੁਹਾਡੇ ਤੱਕ ਜਿਹੜਾ ਹੈਗਾ ਪ੍ਰੋਪਰ ਇਨਫੋਰਮੇਸ਼ਨ ਪਹੁੰਚ ਗਈ ਹੋਏਗੀ। ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਜਾਂ ਫਿਰ ਕਿਸੇ ਹੋਰ ਵੀ ਕੰਟਰੀ ਦੇ ਵਿੱਚ, EIFS ਵੈਲਕਮ ਕਰਦਾ ਜੀ। ਤੁਹਾਡਾ ਨੰਬਰ ਲਗਾਤਾਰ TV ਸਕਰੀਨ ਤੇ ਫਲੈਸ਼ ਹੋ ਰਹੇ ਨੇ, ਆਈ ਹੋਪ ਹੁਣ ਤੱਕ ਤੁਸੀਂ ਨੋਟ ਵੀ ਕਰ ਲਏ ਹੋਣਗੇ। ਸੋ ਜਿੱਦਾਂ ਦਾ ਵੀ ਪ੍ਰੋਫਾਈਲ ਹੈ, ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਜੋ ਵੀ ਪ੍ਰੋਫਾਈਲ ਆ, ਕੋਈ ਕਮੀ ਪੇਸ਼ੀ ਵੀ ਲੱਗਦੀ ਹੈ, ਇੱਕ ਵਾਰ ਡਿਸਕਸ ਕਰਿਆ ਕਰੋ। ਇਹ ਇਹਨਾਂ ਦਾ ਕੰਮ ਹੈਗਾ ਕਿ ਤੁਹਾਨੂੰ ਉਸ ਪ੍ਰੋਫਾਈਲ ਨੂੰ ਤੁਹਾਨੂੰ ਦੱਸਣ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕੰਪਲੀਟ ਕਰਨਾ। ਜੇਕਰ ਉਹ ਕੰਪਲੀਟ ਹੋ ਸਕੇ, ਡਾਕੂਮੈਂਟ ਵੀ ਪੂਰੇ ਨਹੀਂ ਹੈਗੇ, ਕੋਈ ਗੱਲ ਨਹੀਂ, ਇੱਕ ਵਾਰੀ ਕਾਲ ਕਰੋ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ, ਤੁਹਾਨੂੰ ਡਿਟੇਲ ਦੇ ਵਿੱਚ ਪ੍ਰੋਪਰ ਸਮਝਾ ਦਿੱਤਾ ਜਾਏਗਾ। ਸੋ ਕੈਨੇਡਾ ਦੀ ਅਸੀਂ ਗੱਲ ਕਰ ਲਈ। ਇੱਕ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਜਿਹਦੇ ਲਈ ਖਾਸ ਕਰਕੇ ਤੁਹਾਡੀ ਕੰਪਨੀ ਜਾਣੀ ਜਾਂਦੀ ਹੈ, ਸਕੂਲਿੰਗ ਵੀਜ਼ਾ, ਹੈ ਨਾ। ਸਕੂਲਿੰਗ ਵੀਜ਼ਾ ਦੀ ਬਹੁਤ ਸ਼ੋਜ਼ 'ਚ ਵੀ ਅਸੀਂ ਗੱਲ ਕੀਤੀ, ਅੱਛਾ ਰਿਸਪੌਂਸ ਵੀ ਆ ਰਿਹਾ ਹੈ ਨਾ। ਸੋ ਸਕੂਲਿੰਗ ਵੀਜ਼ਾ ਬਾਰੇ ਵੀ ਮੈਂ ਚਾਹਾਂਗੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਆਪਾਂ ਆਡੀਅנס ਨਾਲ ਸ਼ੇਅਰ ਕਰ ਲਈਏ। ਕਿੰਨਾ ਬੱਚਿਆਂ ਨੂੰ ਮਿਲੇਗਾ, ਕਿੱਦਾਂ ਮਿਲੇਗਾ, ਕਿੱਦਾਂ ਦਾ ਪ੍ਰੋਫਾਈਲ ਹੋਣਾ ਚਾਹੀਦਾ, ਕੈਨੇਡਾ ਦੇ ਵਿੱਚ ਹੀ ਮਿਲੇਗਾ ਜਾਂ ਕਿਸੇ ਹੋਰ ਕੰਟਰੀ 'ਚ ਵੀ ਸਕੂਲਿੰਗ ਵੀਜ਼ਾ ਦੀ ਪੋਸੀਬਿਲਿਟੀ ਹੈਗੀ ਹੈ? ਜੀ ਦੇਖੋ, ਪਹਿਲਾਂ ਤਾਂ ਮੈਂ ਸਕੂਲਿੰਗ ਵੀਜ਼ਾ ਦੀ ਪੋਸੀਬਿਲਿਟੀ ਦੀ ਗੱਲ ਕਰਨਾ। ਸਕੂਲਿੰਗ ਵੀਜ਼ਾ ਹਰ ਕੰਟਰੀ ਦੇ ਵਿੱਚ ਹੁੰਦਾ ਹੈ, ਲੇਕਿਨ ਐਲੀਜੀਬਿਲਿਟੀ ਕ੍ਰਾਈਟੇਰੀਆ ਅੱਡ ਅੱਡ ਹੈ। 18 ਤਾਰੀਖ ਨੂੰ ਸ਼ਿਵਰਾਤਰੀ ਵਾਲੇ ਦਿਨ EIFS ਲਾਂਚ ਕਰ ਰਿਹਾ ਹੈ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਵੀ, ਜੋ ਪੇਰੈਂਟਸ ਚਾਹੁੰਦੇ ਆ ਕਿ ਆਪਾਂ ਬੱਚੇ ਨੂੰ ਆਸਟ੍ਰੇਲੀਆ ਦੇ ਵਿੱਚ ਪੜ੍ਹਾਈਏ ਔਰ ਆਸਟ੍ਰੇਲੀਆ ਦੇ ਵਿੱਚ ਨਾਲ ਜਾਈਏ ਬੱਚੇ ਦੇ। ਹੁਣ ਉਹ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਵੀ ਮਾਈਨਰ ਵੀਜ਼ਾ ਦੇ ਉੱਤੇ ਪੂਰਾ ਕਰ ਸਕਦੇ ਹੋ। ਲੇਕਿਨ ਦਰਸ਼ਕਾਂ ਨੂੰ ਪਹਿਲਾਂ ਇੱਕ ਚੀਜ਼ ਕਲੀਅਰ ਕਰਦਾ, ਕੈਨੇਡਾ ਔਰ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਦੇ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ, ਸਿਰਫ ਔਰ ਸਿਰਫ ਫਾਈਨੈਂਸ਼ੀਅਲਸ ਨੂੰ ਲੈ ਕੇ। ਕੈਨੇਡਾ ਦੇ ਵਿੱਚ ਜੇ 20-22 ਲੱਖ ਦੇ ਫੰਡਿੰਗ ਸਾਨੂੰ ਚਾਹੀਦੀ ਹੈ, ਜਿੱਦਾਂ ਆਪਾਂ ਕਹਿੰਦੇ ਹਾਂ, ਔਰ 12 ਲੱਖ ਦੀ ਫੈਮਿਲੀ ਇਨਕਮ ਚਾਹੀਦੀ ਹੈ। ਆਸਟ੍ਰੇਲੀਆ ਦੇ ਵਿੱਚ ਸਾਨੂੰ ਘੱਟ ਤੋਂ ਘੱਟ 3 ਤੋਂ 4-5 ਮਹੀਨੇ ਪੁਰਾਣੀ ਇਸ ਤੋਂ 3 ਗੁਣਾ ਫਾਈਨੈਂਸ਼ੀਅਲਸ ਦੀ ਲੋੜ ਪੈਂਦੀ ਹੈ। ਔਰ ਇਹ ਸਾਰਾ ਡਿਪੈਂਡ ਕਰਦਾ ਹੈ ਕੰਪਨੀ ਦੇ ਵਿੱਚ ਸਬ ਕਲਾਸ 580 ਜਾ ਰਹੇ ਹੋ, 590 ਪੇਰੈਂਟਸ ਜਾ ਰਿਹਾ ਹੈ, ਕੰਮ ਕਰਨ ਦੀ ਵੀ ਪਰਮਿਸ਼ਨ ਮਿਲੇਗੀ, ਇੱਕ ਸਬ ਕਲਾਸ ਦੇ ਵਿੱਚ ਪਰਮਿਸ਼ਨ ਨਹੀਂ ਵੀ ਮਿਲੇਗੀ, ਉਹਦੇ ਵਾਸਤੇ ਐਡੀਸ਼ਨਲੀ ਫੰਡਸ ਹੋ ਜਾਂਦੇ ਆ। ਤਾਂ ਆਸਟ੍ਰੇਲੀਆ ਦੇ ਵਿੱਚ ਸਿਰਫ ਫਾਈਨੈਂਸ਼ੀਅਲਸ ਹੈਗਾ, ਜੋ ਵੀ ਫਾਈਨੈਂਸ਼ੀਅਲੀ ਇਨਫ ਕੈਪੇਬਲ ਹੈਗਾ, ਜਿਨ੍ਹਾਂ ਕੋਲ ਸੇਵਿੰਗ ਦੇ ਵਿੱਚ ਜਾਂ ਫਿਕਸ ਡਿਪੋਜ਼ਿਟ ਦੇ ਵਿੱਚ ਮੋਰ ਦੈਨ 40 ਲੱਖ ਪਿਆ ਆ, ਉਹ ਆਪਣਾ ਆਸਟ੍ਰੇਲੀਆ ਦਾ ਵੀ ਬੱਚੇ ਨੂੰ ਪੜ੍ਹਾਉਣ ਦਾ ਸੁਪਨਾ ਪੂਰਾ ਕਰ ਸਕਦੇ ਆ। ਠੀਕ ਹੈ ਜੀ। ਜੁਲਾਈ ਇਨਟੇਕ ਔਰ ਨਵੰਬਰ ਇਨਟੇਕ ਦੇ ਵਿੱਚ ਕਲਾਸਾਂ ਸਟਾਰਟ ਹੋਣਗੀਆਂ। ਇਹਦੇ ਆਸਟ੍ਰੇਲੀਆ ਦੇ ਵਾਸਤੇ ਤਾਂ ਆਪਾਂ ਆਉਣ ਵਾਲੇ ਜਦੋਂ ਮੈਨੂੰ ਫਿਰ ਮੌਕਾ ਮਿਲੇਗਾ ਇਸ ਮੰਚ 'ਤੇ ਆਉਣ ਦਾ, ਫਿਰ ਮੈਂ ਸਾਰਾ ਐਕਸਪਲੇਨ ਕਰਾਂਗਾ। ਕੈਨੇਡਾ ਦੇ ਵਾਸਤੇ ਜੋ ਹੈਗਾ ਆ, ਕੈਨੇਡਾ ਦੇ ਵਾਸਤੇ ਸਾਨੂੰ ਇਸ ਟਾਈਮ ਜੁਲਾਈ ਇਨਟੇਕ ਚੱਲ ਰਿਹਾ ਹੈ, ਮਈ ਤੋਂ ਵੀ ਕਲਾਸਾਂ ਸਟਾਰਟਿਜ਼ ਹੈਗੀਆਂ, 21 ਮਈ ਤੋਂ। ਔਰ ਇਹ ਸਭ ਤੋਂ ਸਹੀ ਸਮਾਂ ਹੈ, ਕਿਉਂ? ਹੁਣ ਮਾਰਚ ਦੇ ਵਿੱਚ ਬੱਚੇ ਪੇਪਰ ਦੇ ਰਿਹਾ। ਠੀਕ ਹੈ ਜੀ। ਹੁਣ ਜੇ ਆਉਣ ਵਾਲੇ ਆਪਾਂ ਮਈ ਇਨਟੇਕ ਵਾਸਤੇ ਆਪਣੀ ਫਾਈਲ ਪ੍ਰੋਸੈਸ ਕਰਨੇ ਆ, 34 ਡੇਜ਼ ਦੇ ਵਿੱਚ ਤੁਹਾਡਾ ਵੀਜ਼ਾ ਆਉਣਾ ਹੈ, 22 ਤੋਂ 25 ਦਿਨ ਮੈਨੂੰ ਫਾਈਲ ਰੈਡੀ ਕਰਨ ਨੂੰ ਚਾਹੀਦੇ। ਠੀਕ ਹੈ ਜੀ। ਮਤਲਬ 2-2.5 ਮਹੀਨੇ ਦੇ ਵਿੱਚ ਆਪਾਂ ਕੈਨੇਡਾ ਦਾ ਮਾਈਨਰ ਵੀਜ਼ਾ ਲੈ ਸਕਦੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਆਪਾਂ ਮਈ ਇਨਟੇਕ ਦੇ ਵਾਸਤੇ ਕਰ ਰਹੇ ਹਾਂ, ਸਾਡੇ ਬੱਚੇ ਦਾ 1 ਮਹੀਨਾ ਵੀ ਖਰਾਬ ਨਹੀਂ ਹੋਏਗਾ, ਬਿਕੋਜ਼ ਮਾਰਚ 'ਚ ਪੇਪਰ ਦਿੱਤੇ ਹੈ, ਅਪ੍ਰੈਲ ਮਈ 'ਚ ਕਲਾਸਾਂ ਸਟਾਰਟ ਹੋ ਰਹੀਆਂ। ਜੇ ਆਪਾਂ ਆਉਣ ਵਾਲੇ ਇਨਟੇਕ ਦੀ ਗੱਲ ਕਰੀਏ ਕਿ ਆਪਾਂ ਨਵੰਬਰ 'ਚ ਭੇਜਾਂਗੇ, ਸਪਟੈਂਬਰ 'ਚ ਭੇਜਾਂਗੇ ਜਾਂ ਅਗਲੇ ਜਨਵਰੀ ਤੱਕ ਦੇਖਾਂਗੇ, ਸੋਚਨੇ ਅਜੇ ਕਰ ਲੈਂਦੇ ਹਾਂ, ਉਹਦੇ ਵਿੱਚ ਸਾਨੂੰ ਇੱਕ ਇਹ ਚੀਜ਼ ਹੋਇਆ ਕਿ ਬੱਚੇ ਦੇ ਕਿਤੇ ਨਾ ਕਿਤੇ 8-9 ਮਹੀਨੇ ਜ਼ਰੂਰ ਖਰਾਬ ਹੋ ਜਾਣੇ। ਰਾਈਟ, ਬਿਲਕੁਲ। ਤਾਂ ਮੈਂ ਜੋ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲਿੰਗ ਵੀਜ਼ਾ 'ਤੇ ਕੈਨੇਡਾ ਭੇਜਣਾ ਚਾਹੁੰਦੇ ਆ ਔਰ ਨਾਲ ਜਾਣਾ ਚਾਹੁੰਦੇ ਆ, ਕਿਸੇ ਨੂੰ ਭੇਜ ਦਿਓ, ਮੰਮੀ ਪਾਪਾ ਜਾਂ ਕੋਈ ਰਿਲੇਟਿਵ ਨੂੰ, ਮਾਮਾ ਨੂੰ, ਮਾਸੀ ਨੂੰ, ਜਿੰਨੇ ਵੀ ਤੁਸੀਂ ਭੇਜਣਾ ਹੈ ਨਾਲ ਭੇਜਣਾ। ਜੋ ਵੀ ਆਪਣਾ ਸੁਪਨਾ ਪਾਲ ਕੇ ਬੈਠਾ, ਮੈਂ ਸਹੀ ਗੱਲ ਦੱਸ ਰਿਹਾ ਤੁਹਾਨੂੰ ਕਿ ਮਈ ਇਨਟੇਕ ਵਾਲਾ ਉਹਨਾਂ ਵਾਸਤੇ ਸਭ ਤੋਂ ਵਧੀਆ ਆਪਸ਼ਨ ਹੈਗਾ ਇਸ ਟਾਈਮ, ਬਿਕੋਜ਼ ਸਾਨੂੰ ਵੀ ਪਤਾ ਹੈ ਕਿ ਮਈ ਇਨਟੇਕ ਵੈਸੇ ਵੀ ਇੰਡੀਆ ਦੇ ਵਿੱਚ ਬੈਚ ਸਟਾਰਟ ਹੁੰਦੇ ਆ, ਉੱਦਾਂ ਹੀ ਕੈਨੇਡਾ ਵਿੱਚ ਹੁੰਦੇ ਆ, ਔਰ ਮਈ ਇਨਟੇਕ ਦੇ ਵਾਸਤੇ ਸਭ ਤੋਂ ਜ਼ਿਆਦਾ ਹੀ ਸਕੂਲਿੰਗ ਵੀਜ਼ਾ ਗ੍ਰਾਂਟ ਹੁੰਦੇ ਆ। ਜੀ।
ਸੋ ਬਿਲਕੁਲ ਜੀ, ਮਾਈ ਇਨਟੇਕ ਦੇ ਵਿੱਚ ਸਕੂਲਿੰਗ ਵੀਜ਼ਾ ਵਾਸਤੇ ਤੁਸੀਂ ਜਾ ਸਕਦੇ ਹੋ। ਕਿੰਨੇ ਕੀ ਈਅਰ ਦਾ ਬੱਚਾ ਹੋਣਾ ਚਾਹੀਦਾ? ਅਸੀਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, ਪਰ ਨਵੀਂ ਆਡੀਅנס ਲਈ ਵੀ ਜ਼ਰੂਰੀ ਹੈ। ਔਰ ਇਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਹੋਣੀ ਚਾਹੀਦੀ ਹੈ? ਦੇਖੋ, ਜੋ ਬੱਚੇ ਦੀ ਏਜ ਹੈ ਉਹ ਮੈਨੂੰ ਸਿਰਫ ਚਾਹੀਦੀ ਹੈ 4 ਸਾਲ ਤੋਂ 17 ਸਾਲ ਦੇ ਵਿੱਚ, ਬਿਕੋਜ਼ ਬੱਚੇ ਦੀ ਐਜੂਕੇਸ਼ਨ ਕੋਈ ਮੈਟਰ ਨਹੀਂ ਕਰਦੀ ਹੈ। ਅਜੇ ਹੈ ਪ੍ਰਪੋਜ਼ਡ ਕੋਰਸ ਨਹੀਂ ਆਪਾਂ ਕਹਿ ਸਕਦੇ ਕਿ ਕਿਹੜਾ ਕੋਰਸ ਲੈਣਾ। ਓਬਵੀਅਸਲੀ ਤੀਸਰੀ 'ਚ ਪੜ੍ਹ ਰਿਹਾ, ਚੌਥੀ 'ਚ ਜਾਏਗਾ, ਪ੍ਰੀ ਨਰਸਰੀ ਜਾਏਗਾ, +1 ਦੇ ਵਿੱਚ ਜਾਏਗਾ। ਜੋ ਸਭ ਤੋਂ ਇੰਪੋਰਟੈਂਟ, ਜਿੱਦਾਂ ਪ੍ਰੀਤ ਜੀ ਨੇ ਮੈਨੂੰ ਪੁੱਛਿਆ ਕਿ ਕੀ ਹੋਣਾ ਚਾਹੀਦਾ, ਉਹ ਹੈਗੀ ਹੈ ਉਹਨਾਂ ਦੀ ਫਾਈਨੈਂਸ਼ੀਅਲ ਐਬਿਲਿਟੀ। ਜਿੱਦਾਂ ਹੁਣ ਤੁਸੀਂ ਆਸਟ੍ਰੇਲੀਆ ਦਾ ਸੁਣਿਆ ਹੋਏਗਾ, ਉਹ ਸੁਣ ਕੇ ਨਾ ਡਰਿਓ। ਕੈਨੇਡਾ ਦੇ ਵਿੱਚ ਇੱਦਾਂ ਕੁਝ ਨਹੀਂ ਹੈਗਾ। ਕੈਨੇਡਾ ਦੇ ਵਿੱਚ ਮੈਨੂੰ 24 ਤੋਂ 28 ਲੱਖ ਦੀ ਤੁਹਾਡੀ ਸੇਵਿੰਗਸ ਚਾਹੀਦੀ ਹੈ, ਜੋ ਕਿ ਆਪਾਂ ਹਾਈ ਕਮਿਸ਼ਨ ਨੂੰ ਸ਼ੋਅ ਕਰਨੀ ਹੈ ਕਿ ਆਪਾਂ ਬੱਚੇ ਨੂੰ ਹੁਣ ਅਬਰੋਡ ਭੇਜ ਰਹੇ ਹਾਂ, ਤਾਂ ਸਾਡੇ ਕੋਲ ਉਨੇ ਪੈਸੇ ਪਏ ਹੈ ਕਿ ਆਪਾਂ ਇਹਦੀ ਇੰਟਰਨੈਸ਼ਨਲ ਐਜੂਕੇਸ਼ਨ ਅਫੋਰਡ ਕਰ ਸਕਦੇ ਹਾਂ। ਬਿਕੋਜ਼ ਬੱਚੇ ਨੇ ਤਾਂ ਕਮਾਉਣਾ ਨਹੀਂ, ਨਾਲ ਜੋ ਪੇਰੈਂਟ ਜਾ ਰਿਹਾ ਉਹ ਕਹਿ ਨਹੀਂ ਸਕਦੇ ਕਿ ਆਪਾਂ ਨੂੰ ਉੱਥੇ ਕਮਾ ਕੇ ਭਰਨੀ ਹੈ। ਸਿੱਧੀ ਗੱਲ ਹੈ, ਵੀਜ਼ਾ ਨਹੀਂ ਆਏਗਾ ਉਹਦੇ ਵਿੱਚ। ਆਪਾਂ ਇੰਡੀਆ ਵਿੱਚ ਹੀ ਆਪਣੇ ਆਪ ਨੂੰ ਕਾਫੀ ਫਾਈਨੈਂਸ਼ੀਅਲੀ ਸਟਰੋਂਗ ਸ਼ੋਅ ਕਰਨਾ ਹੈ। ਦੂਜੀ ਗੱਲ ਆ ਗਈ ਹੁਣ ਫੈਮਿਲੀ ਇਨਕਮ ਦੀ, ਜਿਹਦੇ ਵਿੱਚ ਤੁਸੀਂ ITR ਫਾਰਮ ਨੰਬਰ 16 J ਫਾਰਮ ਜਾਂ ਤਹਿਸੀਲਦਾਰ ਇਨਕਮ ਸਰਟੀਫਿਕੇਟ ਲਗਾ ਸਕਦੇ ਹੋ। ਉਹ ਮੈਨੂੰ ਫੈਮਿਲੀ ਦਾ ਕਲੱਬ ਕਰਕੇ, ਜੁਆਇੰਟ ਫੈਮਿਲੀ ਹੈ, ਸਿੰਗਲ ਪੇਰੈਂਟਸ ਹੈਗਾ, ਜਿੱਦਾਂ ਵੀ ਹੈਗਾ, ਮੈਨੂੰ ਤੁਸੀਂ ਘੱਟ ਤੋਂ ਘੱਟ 12 ਤੋਂ 14 ਲੱਖ ਦੀ ਕਰਕੇ ਦੇਣੀ ਹੈ। ਜਿੱਦਾਂ ਮੰਮੀ ਪਾਪਾ ਦੇ ITR ਮਿਲਾ ਲਓ, ਜਾਂ 4 ਦੀ ਵੀ 8 ਹੋ ਗਈ, ਦਾਦਾ ਦਾਦੀ ਜਾਂ ਨਾਨਾ ਨਾਨੀ ਦੀ ਕਰਕੇ ਆਪਾਂ ਈਜ਼ੀਲੀ ਅਚੀਵ ਕਰ ਸਕਦੇ ਹਾਂ। ਤੀਜੀ ਜੋ ਹੈਗੀ ਹੈ ਸਾਡੀ CA ਰਿਪੋਰਟ। CA ਰਿਪੋਰਟ ਦੇ ਵਿੱਚ ਤੁਹਾਡੀ ਸੇਵਿੰਗ, ਤੁਹਾਡੀ ਪੈਲੀ ਪਈ ਹੈ, ਪਲਾਟ ਹੈਗਾ, ਕੋਈ ਸ਼ਾਪ ਹੈਗਾ, ਜਾਂ ਘਰ ਦੀ ਵੈਲਿਊ ਕਿੰਨੀ ਹੈ, ਉਹ ਕਲੱਬ ਕਰਕੇ ਆਪਾਂ ਮਿਨੀਮਮ 70 ਲੱਖ ਦੀ ਕਰਨੀ ਹੈ। ਮੇਰੀ ਪਰਸਨਲ ਰਿਕਮੈਂਡੇਸ਼ਨ ਜੋ ਹੈਗੀ ਉਹ ਮਿਨੀਮਮ 1 ਕਰੋੜ ਦੀ ਆਪਾਂ ਹਾਈ ਕਮਿਸ਼ਨ ਨੂੰ ਪ੍ਰੋਪਰਟੀ ਸ਼ੋਅ ਕਰਨੀ ਹੈ। ਇਹਦੇ ਪਿੱਛੇ ਸਿਰਫ ਇੱਕ ਮੋਟਿਵ ਇਹ ਹੈਗਾ ਕਿ ਆਪਾਂ ਹਾਈ ਕਮਿਸ਼ਨ ਨੂੰ, ਵੀਜ਼ਾ ਆਫਿਸਰ ਨੂੰ ਆਹ ਯਕੀਨ ਦਿਲਾਉਣਾ ਹੈ ਕਿ ਆਪਾਂ ਇੰਡੀਆ ਦੇ ਵਿੱਚ ਵੈਲ ਐਸਟੈਬਲਿਸ਼ਡ ਹੈਗੇ ਆ, ਸਾਡੇ ਕੋਲ ਇੰਨੇ ਕੁ ਐਸੈਟਸ ਪਏ ਆ ਕਿ ਆਪਾਂ ਬੱਚੇ ਨੂੰ ਇੰਟਰਨੈਸ਼ਨਲੀ ਪੜ੍ਹਾ ਸਕਦੇ ਹਾਂ। ਆਪਾਂ ਕੈਨੇਡਾ ਆਪਣੇ ਬੱਚੇ ਨੂੰ ਭੇਜ ਕੇ ਜਾਂ ਨਾਲ ਆ ਕੇ ਕੈਨੇਡਾ ਦੀ ਗਵਰਨਮੈਂਟ ਦੇ ਉੱਤੇ ਬੋਝ ਨਹੀਂ ਬਣਨਾ। ਆਪਾਂ ਵੈਲ ਇਨ ਦ ਟਾਈਮ ਬੀਇੰਗ ਮੈਨਰ ਦੇ ਵਿੱਚ ਆਪਾਂ ਆਪਣੇ ਬੱਚੇ ਦੀਆਂ ਫੀਸਾਂ ਵਗੈਰਾ ਭਰ ਸਕਦੇ ਹਾਂ, ਉਹਦੀ ਪੜ੍ਹਾਈ ਦਾ ਖਰਚਾ ਉੱਥੇ ਜਰ ਸਕਦੇ ਹਾਂ। ਹੁਣ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣਾ ਕਿ ਮੇਰੇ ਕੋਲ ਜਿਵੇਂ ਕਾਫੀ ਸਟੂਡੈਂਟਸ ਆਉਂਦੇ ਆ, ਪੇਰੈਂਟਸ ਆਉਂਦੇ ਆ, ਉਹ ਇੱਕੇ ਗੱਲ ਕਰਦੇ ਆ, ਸਰ ਆਪਾਂ ਤਾਂ ਸੁਣਿਆ ਕਿ ਇਹਦੀ ਫੀਸ ਤਾਂ ਵੀਜ਼ਾ ਆਉਣ ਤੋਂ ਬਾਅਦ ਦਿੱਤੀ ਜਾਂਦੀ ਹੈ। ਤਾਂ EIFS ਨੇ ਜਿੰਨੇ ਵੀ ਵੀਜ਼ੇ ਲਏ ਆ, ਜਿੰਨੀਆਂ ਵੀ ਫਾਈਲਾਂ ਪ੍ਰੈਜ਼ੈਂਟ ਕੀਤੀਆਂ, ਹਮੇਸ਼ਾ ਫੀਸ ਭਰ ਕੇ ਕੀਤੀਆਂ। ਜੋ ਵੀ ਤੁਹਾਨੂੰ ਇਹ ਕਹਿ ਰਿਹਾ ਕਿ ਸਕੂਲਿੰਗ ਵੀਜ਼ਾ ਦੀ ਫੀਸ ਜੋ ਹੁੰਦੀ ਆ ਉਹ ਵੀਜ਼ਾ ਆਉਣ ਤੋਂ ਬਾਅਦ ਉੱਥੇ ਜਾ ਕੇ ਦੇਣੀ ਹੁੰਦੀ ਹੈ, ਤਾਂ ਫਿਰ ਇਹ ਆਪਸ਼ਨ ਆਫਟਰ +2 ਵੀ ਹੋਣਾ ਚਾਹੀਦਾ ਸੀਗਾ ਨਾ। ਇੱਦਾਂ ਕੁਝ ਵੀ ਨਹੀਂ ਹੁੰਦਾ ਜੀ। ਇੱਕ ਪਾਸੇ ਆਪਾਂ ਆਪਣੇ ਆਪ ਨੂੰ ਲੈਂਡਲੋਰਡ ਸ਼ੋਅ ਕਰ ਰਹੇ ਕਿ ਆਪਾਂ ਬੱਚੇ ਦੀ ਇੰਟਰਨੈਸ਼ਨਲ ਐਜੂਕੇਸ਼ਨ ਅਫੋਰਡ ਕਰ ਸਕਦੇ ਹਾਂ, ਦੂਜੇ ਪਾਸੇ ਦੇ ਪਹਿਲੇ ਸਾਲ ਦਾ ਖਰਚਾ ਹੀ ਨਹੀਂ ਭਰ ਰਹੇ। ਵੀਜ਼ਾ ਅਫਸਰ ਨੂੰ ਕਿੱਦਾਂ ਯਕੀਨ ਆਏਗਾ? ਥੋੜ੍ਹੇ ਜਿਹੇ ਐਕਸਪੈਂਸਿਸ ਹੈਗੇ ਆ। ਓਵਰਆਲ ਐਕਸਪੈਂਸਿਸ ਦੀ ਗੱਲ ਕਰ ਦਿੰਦਾ ਮੈਂ, ਇਨਕਲੂਡਿੰਗ 1 ਪੇਰੈਂਟ ਔਰ ਬੱਚੇ ਦੀ 1 ਸਾਲ ਦੇ ਟਿਊਸ਼ਨ ਫੀਸ ਦਾ ਖਰਚਾ ਮਿਲਾ ਕੇ ਤੁਹਾਡਾ 9 ਲੱਖ ਦੇ ਆਸ-ਪਾਸ ਮੈਕਸਿਮਮ ਪੈਂਦਾ ਹੈ, ਜੋ ਕਿ ਇੱਕ ਬਹੁਤ ਅਫੋਰਡੇਬਲ ਖਰਚਾ ਹੈ। ਆਫਟਰ +2 ਵੀ ਜਦੋਂ ਆਪਾਂ ਬੱਚੇ ਨੂੰ ਭੇਜਦੇ ਹਾਂ ਤਾਂ 8 ਲੱਖ ਦੇ ਆਸ-ਪਾਸ ਟਿਊਸ਼ਨ ਫੀਸ ਹੁੰਦੀ ਹੈ, 6 ਲੱਖ ਦਾ GIC, 14 ਲੱਖ, 15 ਲੱਖ ਦਾ ਸਾਨੂੰ ਖਰਚਾ ਪੈ ਜਾਂਦਾ ਹੈ। ਇੱਥੇ ਤਾਂ ਬੱਚੇ ਦੇ ਨਾਲ ਇੱਕ ਪੇਰੈਂਟ ਜਾਂ ਕੋਈ ਹੋਰ ਵੀ ਜੋ ਫੈਮਿਲੀ ਮੈਂਬਰ ਜਾਂ ਰਿਲੇਟਿਵ ਜਾ ਰਿਹਾ, ਉਹ ਤੁਸੀਂ ਸਿਰਫ 9 ਲੱਖ 'ਚ ਕੈਨੇਡਾ ਪਹੁੰਚ ਰਹੇ ਹੋ। ਤਾਂ ਮੇਰੇ ਹਿਸਾਬ ਨਾਲ ਕੈਨੇਡਾ ਦਾ ਸਕੂਲਿੰਗ ਵੀਜ਼ਾ, ਮਾਈਨਰ ਸਟੱਡੀ ਵੀਜ਼ਾ ਇੱਕ ਬਹੁਤ ਵਧੀਆ ਆਪਸ਼ਨ ਹੈਗਾ ਕਿ ਜੋ ਇੰਟਰਨੈਸ਼ਨਲੀ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਆ ਜਾਂ ਕੈਨੇਡਾ ਜਾ ਕੇ ਵੈਲਬੀਂਗ ਸੈਟਲ ਹੋਣਾ ਚਾਹੁੰਦੇ ਆ। ਜੀ ਬਿਲਕੁਲ ਜੀ। ਸੋ ਸਕੂਲਿੰਗ ਵੀਜ਼ਾ ਦੀ ਵੀ ਡਿਟੇਲ ਸ਼ੇਅਰ ਕੀਤੀ ਗਈ ਹੈ। ਤੁਸੀਂ ਜੇਕਰ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਹੋ, +2 ਤੱਕ ਤੁਹਾਨੂੰ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਸਾਡਾ ਬੱਚਾ 12ਵੀਂ ਪਾਸ ਕਰੇਗਾ ਤਾਂ ਹੀ ਅਸੀਂ ਕੈਨੇਡਾ ਭੇਜਾਂਗੇ। ਉਸ ਤੋਂ ਪਹਿਲਾਂ ਵੀ ਭੇਜ ਸਕਦੇ ਹੋ, ਅਤੇ ਨਾਲ ਖੁਦ ਵੀ ਜਾਣਾ ਚਾਹੁੰਦੇ ਹੋ, ਹੁਣੇ ਡਿਟੇਲ ਦੇ ਵਿੱਚ ਦੱਸਿਆ ਗਿਆ। ਸਕੂਲਿੰਗ ਵੀਜ਼ਾ ਆਪਣੇ ਬੱਚੇ ਦਾ ਲਗਵਾਉਣਾ ਚਾਹੁੰਦੇ ਹੋ, ਤੁਸੀਂ EIFS ਦੇ ਨਾਲ ਕੰਟੈਕਟ ਕਰ ਸਕਦੇ ਹੋ। ਅੱਛਾ, ਹੁਣ ਆਉਂਦੇ ਆਪਾਂ ਆਸਟ੍ਰੇਲੀਆ 'ਤੇ। ਆਸਟ੍ਰੇਲੀਆ ਦਾ ਕੀ ਪ੍ਰੋਸੀਜਰ ਚੱਲ ਰਿਹਾ ਇਸ ਟਾਈਮ? ਆਸਟ੍ਰੇਲੀਆ ਦੇ ਵਾਸਤੇ ਇਸ ਟਾਈਮ ਜੁਲਾਈ ਇਨਟੇਕ ਚੱਲ ਰਿਹਾ, ਠੀਕ ਹੈ ਜੀ। 2022 ਪਾਸ ਆਊਟ ਬੱਚਿਆਂ ਵਾਸਤੇ ਇੱਕ ਬਹੁਤ ਇੰਪੋਰਟੈਂਟ ਮੈਸੇਜ ਹੈਗਾ। ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਇਸ ਟਾਈਮ ਡਿਲੇ ਨਾ ਕਰੋ, ਬਿਕੋਜ਼ ਆਸਟ੍ਰੇਲੀਆ ਇੱਕ ਇੱਦਾਂ ਦੀ ਕੰਟਰੀ ਹੈ, ਇਹਦੀ ਹਵਾ ਕਦੋਂ ਬਦਲਦੀ ਹੈ ਕਿਸੇ ਨੂੰ ਨਹੀਂ ਪਤਾ। ਔਰ ਵੈਸੇ ਹੀ ਐਜੂਕੇਸ਼ਨਲ ਗੈਪ ਨੂੰ ਲੈ ਕੇ ਜੇਕਰ ਤੁਸੀਂ +2 ਪਾਸ ਹੋ, ਆਸਟ੍ਰੇਲੀਆ ਬਹੁਤ ਸਟ੍ਰਿਕਟ ਹੈ, ਤੁਹਾਨੂੰ ਚੰਗੀਆਂ ਯੂਨੀਵਰਸਿਟੀਜ਼ ਜਾਂ ਕਾਲਜ ਐਡਮਿਸ਼ਨਸ ਹੀ ਨਹੀਂ ਦਿੰਦੇ। ਆਸਟ੍ਰੇਲੀਆ ਦੇ ਵਿੱਚ ਇੱਦਾਂ ਨਹੀਂ ਹੈ ਕਿ ਆਪਾਂ ਸਰਟੀਫਿਕੇਟ ਬਣਵਾ ਲਿਆ, ਕੁਛ ਨਹੀਂ। ਵੈਲ ਰੈਪੂਟੇਡ ਇੰਸਟੀਟਿਊਸ਼ਨ ਤੋਂ ਤੁਸੀਂ ITI ਜਾਂ ਕੀਤੀ ਹੈਗੀ ਹੈ, ਸਟੱਡੀ ਕੀਤੀ ਹੈ, ਉਹੀ ਕੰਸੀਡਰ ਹੁੰਦੀ ਹੈ। ਤਾਂ ਆਸਟ੍ਰੇਲੀਆ ਦਾ ਵੀਜ਼ਾ ਆਉਣ ਦੀ ਗੱਲ ਹੈ 4 ਘੰਟੇ ਤੋਂ ਲੈ ਕੇ ਮੈਕਸਿਮਮ ਜੋ ਆਪਾਂ ਟਾਈਮ ਦੇਖਿਆ ਦੈਟ ਇਜ਼ 24 ਡੇਜ਼। ਇੰਨੇ ਦਿਨਾਂ ਦੇ ਵਿੱਚ ਤੁਹਾਡਾ ਵੀਜ਼ਾ, ਜਦੋਂ ਤੁਹਾਡੀ ਇੱਕ ਵਾਰ COE ਆ ਜਾਂਦੀ ਹੈ, ਸਾਰਾ ਸਮਾਂ ਲੱਗਦਾ ਹੀ COE ਆਉਣ ਨੂੰ ਹੈ। ਆਫਰ ਲੈਟਰ ਆਇਆ, ਆਪਾਂ GT ਕਲੀਅਰ ਕੀਤੀ ਹੈ, COE ਦਾ ਪ੍ਰੀ ਅਪਰੂਵਲ ਆਇਆ, ਫਿਰ ਆਪਾਂ ਟਿਊਸ਼ਨ ਫੀ ਭਰੀ ਹੈ, ਫਿਰ ਸਾਡੀ COE ਆਈ ਹੈ, ਫਿਰ ਆਪਾਂ ਹਾਈ ਕਮਿਸ਼ਨ ਦੇ ਵਿੱਚ ਫਾਈਲ ਲਗਾਉਣੀ ਹੈ। 1 ਦਿਨ, 1 ਘੰਟੇ ਜਾਂ 2 ਦਿਨ ਦੇ ਵਿੱਚ ਮੈਡੀਕਲ ਦੀ ਰਿਕੁਐਸਟ ਆਉਂਦੀ ਹੈ। ਮੈਡੀਕਲ ਤੋਂ ਬਾਅਦ ਆਪਾਂ 4 ਘੰਟੇ ਦੇ ਵਿੱਚ ਵੀ ਵੀਜ਼ਾ ਆਉਂਦਾ ਦੇਖਿਆ। ਤਾਂ ਜੋ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਇਸ ਟਾਈਮ ਡਿਲੇ ਨਾ ਕਰਨ। ਓਵਰਆਲ 5.5 ਬੈਂਡ ਵੀ ਐਕਸੈਪਟਡ ਹੈਗੇ ਆ ਟ੍ਰੇਡ ਕੋਰਸਿਸ ਦੇ ਵਿੱਚ, ਨਹੀਂ ਤਾਂ 6-2 ਦੇ ਵਿੱਚ ਵੀ 5.5 ਹੈਗੇ। ਅਕੈਡਮਿਕਸ ਤੁਹਾਡੇ 60% ਹੈਗੇ ਆ, ਤੁਸੀਂ ਅਕੈਡਮਿਕ ਕੋਰਸ ਡਿਗਰੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਲੇਕਿਨ ਆਸਟ੍ਰੇਲੀਆ ਦੇ ਵਿੱਚ ਵੀ ਸਾਨੂੰ ਕੋਰਸ
ਬਹੁਤ ਧਿਆਨ ਦੇ ਨਾਲ ਲੈਣਾ ਪੈਂਦਾ। ਦੂਜੀ ਗੱਲ ਜੋ ਇੱਕ ਮੇਜਰ ਮੈਂ ਸਾਰੇ ਬੱਚਿਆਂ ਨੂੰ ਕਹਿਣਾ, ਆਪਣੀ ਫਾਈਨੈਂਸ਼ੀਅਲ ਕਪੈਸਿਟੀ, ਬਿਕੋਜ਼ ਆਪਾਂ ਜੋ ਵੀ ਮਾਰਕੀਟ ਦੇ ਵਿੱਚ ਦੇਖ ਰਹੇ ਕਿ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਆ ਰਹੇ, ਉਹਦੇ ਵਿੱਚ ਸਿਰਫ ਆਹ ਚੀਜ਼ ਹੈ, ਉਹਨਾਂ ਦਾ ਇੱਕੋ ਰੀਜ਼ਨ ਆ ਰਿਹਾ ਕਿ ਤੁਹਾਡੀ ਜੋ ਫਾਈਨੈਂਸ਼ੀਅਲ ਕਪੈਸਿਟੀ ਇਨ ਇੰਡੀਆ ਹੈ ਉਹ ਇੰਨੀ ਜ਼ਿਆਦਾ ਨਹੀਂ ਹੈ ਕਿ ਜਿੰਨਾ ਸਾਨੂੰ ਲੱਗ ਰਿਹਾ ਕਿ ਤੁਸੀਂ ਸਟੱਡੀ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਕਮਾ ਸਕਦੇ ਹੋ। ਤਾਂ ਇਹ ਸਾਨੂੰ ਆਪਣੀ SOP ਜਾਂ GT ਦੇ ਵਿੱਚ ਬਹੁਤ ਢੰਗ ਨਾਲ ਕਲੀਅਰ ਕਰਨਾ ਪੈਂਦਾ ਇੰਟੈਂਸ਼ਨ ਦੇ ਵਿੱਚ। ਜੇ ਆਪਾਂ ਇਸ ਚੀਜ਼ ਨੂੰ ਓਵਰਕਮ ਕਰਨੇ ਆ, ਆਪਾਂ 110% ਸ਼ੋਰ ਹਾਂ ਕਿ ਸਾਡਾ ਆਸਟ੍ਰੇਲੀਆ ਦਾ ਵੀਜ਼ਾ ਆ ਸਕਦਾ ਹੈ। ਲੇਕਿਨ ਗੱਲ ਇੱਕੋ ਮੁੱਕਦੀ ਹੈ, ਸਹੀ ਸਮੇਂ ਤੇ ਆਫਰ ਲੈਟਰ ਅਪਲਾਈ ਕਰੋ, ਸਹੀ ਸਮੇਂ ਤੇ ਫਾਈਲ ਨੂੰ ਪ੍ਰੋਸੈਸ ਕਰੋ, ਤੁਸੀਂ ਆਪਣਾ ਵੀਜ਼ਾ ਪਾ ਸਕਦੇ ਹੋ। ਜੀ ਬਿਲਕੁਲ ਜੀ। ਅੱਛਾ, ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਵੀ ਮਿਥ ਹੈਗੀ ਹੈ ਕਿ ਆਸਟ੍ਰੇਲੀਆ 'ਚ ਜੇਕਰ ਤੁਸੀਂ ਰਿਫਿਊਜ਼ ਹੋ ਗਏ ਦੁਬਾਰਾ ਅਪਲਾਈ ਨਹੀਂ ਕਰ ਸਕਦੇ। ਜੀ ਬਿਲਕੁਲ। ਮੇਰੇ ਨਾਲ ਹੁਣ ਇੱਕ ਆਕਾਸ਼ ਨਾਮ ਦੇ ਸਟੂਡੈਂਟ ਦੀ ਵੀ ਗੱਲ ਹੋਈ ਸੀ 3-4 ਦਿਨ ਪਹਿਲਾਂ। ਉਹ ਆਸਟ੍ਰੇਲੀਆ ਤੋਂ ਰਿਫਿਊਜ਼ ਸੀਗਾ ਤੇ ਇੱਕ ਵਾਰ ਫਿਰ ਅਪਲਾਈ ਕਰ ਰਿਹਾ। ਸਾਰੇ ਸਟੂਡੈਂਟਸ ਨੂੰ ਮੈਂ ਗੱਲ ਦੱਸ ਦਿੰਦਾ, ਜੇਕਰ ਤੁਸੀਂ ਆਸਟ੍ਰੇਲੀਆ ਤੋਂ ਸਟੂਡੈਂਟ ਵੀਜ਼ਾ ਤੇ ਰਿਫਿਊਜ਼ ਹੋਏ ਹੋ, ਆਪਣਾ ਐਜੂਕੇਸ਼ਨਲ ਲੈਵਲ ਚੇਂਜ ਨਹੀਂ ਕਰਦੇ ਹੋ, ਉਸ ਤੋਂ ਪਹਿਲਾਂ ਅਪਲਾਈ ਨਾ ਕਰਿਓ। ਪਹਿਲੀ ਗੱਲ ਤਾਂ L1 ਤੁਹਾਨੂੰ ਕਿਤੇ ਆਫਰ ਲੈਟਰ ਹੀ ਨਹੀਂ ਦੇਗੀ, ਬਿਕੋਜ਼ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਹੋ ਜਾਂਦੀ ਹੈ। ਪ੍ਰਿਜ਼ਮ ਨਾਮ ਦਾ ਸੌਫਟਵੇਅਰ, ਉਹਦੇ ਵਿੱਚ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਜਦੋਂ CO ਇਸ਼ੂ ਹੁੰਦੀ ਹੈ ਅੰਬੈਸੀ ਨੂੰ ਲੈ ਕੇ ਸਾਰੀ ਯੂਨੀਵਰਸਿਟੀਜ਼ ਨੂੰ ਸ਼ੇਅਰ ਹੁੰਦੀ ਹੈ। ਦੂਜੀ ਗੱਲ ਇਹ ਹੈਗੀ ਹੈ, ਜੇ ਤੁਸੀਂ +2 ਪਾਸ ਆਊਟ ਹੋ, ਅਨਫੋਰਚੂਨੇਟਲੀ ਤੁਹਾਡਾ ਰਿਫਿਊਜ਼ਲ ਆਇਆ, ਫਿਰ ਡਿਲੇ ਨਾ ਕਰੋ, ਆਪਣੀ ਐਜੂਕੇਸ਼ਨ ਕੰਪਲੀਟ ਕਰੋ ਅਗਲੀ, ਜਾਂ ਤਾਂ ਆਪਣਾ ਕੰਟਰੀ ਸਵਿਚ ਓਵਰ ਕਰ ਲਓ, ਅਦਰ ਕੰਟਰੀ ਵੱਲ ਦੇਖੋ, ਨਹੀਂ ਤਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਹੀ ਅਪਲਾਈ ਕਰ ਸਕਦੇ ਹੋ। ਇੱਦਾਂ ਹੀ ਵਿਜ਼ਟਰ ਵੀਜ਼ਾ ਦੀ ਮੈਂ ਗੱਲ ਦੱਸਣਾ, ਲੋਕ ਇਹ ਕਹਿੰਦੇ ਆ ਕਿ ਵਿਜ਼ਟਰ ਵੀਜ਼ਾ ਦੇ ਉੱਤੇ 3 ਚਾਂਸ ਦਿੰਦਾ ਆਸਟ੍ਰੇਲੀਆ। ਅੱਜ ਲਗਾਓ ਤੁਸੀਂ ਫਾਈਲ, ਨਹੀਂ ਆਇਆ, ਮਹੀਨੇ ਬਾਅਦ ਲਗਾਓ, ਨਹੀਂ ਲਾਇਆ, ਫਿਰ ਤੁਸੀਂ ਕਰ ਲਓ। ਨਹੀਂ, ਉਹ 3 ਚਾਂਸ ਨਹੀਂ, ਉਹ ਹੈਗਾ 3 ਸਾਲ। ਆਸਟ੍ਰੇਲੀਆ ਕਹਿੰਦਾ ਹੈ ਕਿ ਆਫਟਰ ਵਿਦਿਨ 3 ਇਅਰਸ ਤੁਸੀਂ ਆਪਣੀ ਟਰੈਵਲ ਹਿਸਟਰੀ ਪ੍ਰੋਪਰ ਕਰੋ, ਇੱਕ ਜੈਨੂਇਨ ਇੰਟੈਂਸ਼ਨ ਦੱਸੋ ਤੁਸੀਂ ਸਾਨੂੰ, ਫਿਰ ਤੁਸੀਂ ਅਪਲਾਈ ਕਰੋ, ਫਿਰ ਤੁਹਾਨੂੰ ਵੀਜ਼ਾ ਮਿਲਣਾ ਹੈ। ਫਾਈਲ ਲਗਾਉਣਾ ਇੱਕ ਗੱਲ ਅਲੱਗ ਹੈ, ਫਾਈਲ ਤਾਂ ਤੁਸੀਂ 10 ਵਾਰ ਲਗਾ ਲਓ, ਮਹੀਨੇ ਦੇ ਵਿੱਚ ਹੀ 10 ਵਾਰ ਲਗਾ ਲਓ, ਕੋਈ ਕੰਟਰੀ ਨਹੀਂ ਮਨਾ ਕਰਦੀ। ਲੇਕਿਨ ਵੀਜ਼ਾ ਲੈਣ ਦੀ ਗੱਲ ਹੈ, ਜੋ ਸਕਸੈਸ ਰੇਟ ਹੈ ਕਿ ਸਾਨੂੰ 3 ਸਾਲ ਦਾ ਗੈਪ ਵਿਜ਼ਟਰ ਵੀਜ਼ਾ ਦੇ ਉੱਤੇ ਔਰ ਸਟੂਡੈਂਟ ਵੀਜ਼ਾ ਦੇ ਉੱਤੇ ਸਾਨੂੰ ਆਪਣੀ ਐਜੂਕੇਸ਼ਨ ਨੂੰ ਫਿਰ ਅੱਗੇ ਐਡ ਔਨ ਕਰਕੇ ਕੋਈ ਡਿਪਲੋਮਾ ਜਾਂ ਕੋਈ ਡਿਗਰੀ ਕਰਕੇ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਅਪਲਾਈ ਕਰਨਾ ਹੁੰਦਾ ਹੈ। ਸੋ ਬਿਲਕੁਲ ਜੀ, ਆਸਟ੍ਰੇਲੀਆ ਮਤਲਬ ਕਿ ਦੁਬਾਰਾ ਰੀ ਅਪਲਾਈ ਦੇ ਚਾਂਸ ਘੱਟ ਹੁੰਦੇ ਨੇ। ਸੋ ਕੋਸ਼ਿਸ਼ ਇਸੇ ਕਰਕੇ ਕਰੋ ਕਿ ਪਹਿਲਾਂ ਹੀ ਅਸੀਂ ਆਪਣੇ ਡਾਕੂਮੈਂਟਸ, ਆਪਣਾ ਪੂਰਾ ਪ੍ਰੋਫਾਈਲ ਸਾਡਾ ਬੈਸਟ ਹੋਵੇ, ਕਰੀਮ ਪ੍ਰੋਫਾਈਲ ਹੋਵੇ, ਤਾਂ ਹੀ ਅਪਲਾਈ ਕਰੀਏ। ਸੈਕਿੰਡ ਗੱਲ, ਕਈ ਵਾਰੀ ਪ੍ਰੋਫਾਈਲ ਬਹੁਤ ਵਧੀਆ ਹੁੰਦਾ ਪਰ ਅਸੀਂ ਕੰਸਲਟੈਂਟ ਗਲਤ ਚੂਜ਼ ਕਰ ਲੈਂਦੇ ਹਾਂ। ਮੈਂ ਹਮੇਸ਼ਾ ਆਪਣੇ ਸ਼ੋਜ਼ ਦੇ ਵਿੱਚ ਕਹਿੰਦੀ ਹਾਂ ਕਿ ਇਸੇ ਕਰਕੇ ਤੁਹਾਡੇ ਕੋਲ ਚਾਂਸ ਬਹੁਤ ਘੱਟ ਹੈ। ਕੰਸਲਟੈਂਟ ਵੀ ਸੋਚ ਸਮਝ ਕੇ ਤੁਸੀਂ ਚੂਜ਼ ਕਰੋ ਜਿਨ੍ਹਾਂ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ, ਤਾਂ ਕਿ ਤੁਹਾਡੇ ਨਾਲ ਕੋਈ ਵੀ ਗੜਬੜ ਨਾ ਹੋ ਸਕੇ, ਤੁਹਾਡਾ ਫਸਟ ਟਾਈਮ ਵੀ ਵੀਜ਼ਾ ਆ ਜਾਏ। ਸੋ ਲਾਸਟ 2 ਮਿੰਟ ਬਚੇ ਨੇ, ਮੈਂ ਜਾਣਨਾ ਚਾਹਾਂਗੀ ਕੈਨੇਡਾ, ਆਸਟ੍ਰੇਲੀਆ ਦੀ ਅਸੀਂ ਗੱਲ ਕੀਤੀ, ਇਸ ਤੋਂ ਇਲਾਵਾ ਹੋਰ ਕਿਹੜੀ ਕੰਟਰੀਜ਼ ਦੇ ਨਾਲ ਤੁਸੀਂ ਡੀਲ ਕਰਦੇ? ਜੀ ਬਿਲਕੁਲ, ਜੋ ਵੀ ਬੱਚਾ ਕਿਸੇ ਵੀ ਕੰਟਰੀ ਦੇ ਵਿੱਚ ਨਾਮ ਦੱਸ ਦੇਣਾ ਆਪਾਂ, ਕੈਨੇਡਾ, ਆਸਟ੍ਰੇਲੀਆ, UK, ਖਾਸ ਨਿਊਜ਼ੀਲੈਂਡ ਔਰ ਯੂਰੋਪੀਅਨ ਕੰਟਰੀਜ਼ ਦੇ ਵਿੱਚ ਪੜ੍ਹਨਾ ਚਾਹੁੰਦਾ ਆ, ਉਹ AFS ਨੂੰ ਜ਼ਰੂਰ ਕੰਸਲਟ ਕਰੇ। ਸਾਡੀ ਜੋ ਫਾਈਲ ਪ੍ਰੋਸੈਸਿੰਗ ਹੈ ਬਿਲਕੁਲ ਟਰਾਂਸਪੇਰੈਂਟ ਹੈ, ਤੁਹਾਡੇ ਤੋਂ ਕੋਈ ਲੁਕੋ ਨਹੀਂ ਰੱਖਿਆ ਜਾਂਦਾ। ਕੋਈ ਵੀ ਅਸਿਸਟੈਂਸ ਦੀ ਤੁਹਾਨੂੰ ਲੋੜ ਪੈਂਦੀ ਹੈ, ਤੁਹਾਨੂੰ ਡਾਕੂਮੈਂਟ ਰੈਡੀ ਕਰਨ ਦਾ ਪਤਾ ਨਹੀਂ ਲੱਗ ਰਿਹਾ, ਫਾਈਨੈਂਸ਼ੀਅਲਸ ਦੇ ਵਿੱਚ ਦਿੱਕਤ ਆ ਰਹੀ ਹੈ, ਕਿੱਦਾਂ ਰੈਡੀ ਕਰਨੇ ਆ, ਆਪਣੀ ਟੀਮ, ਸਾਡੇ ਕਾਉਂਸਲਰ, ਸਾਡੇ ਫਾਈਲਿੰਗ ਦੇ ਮੈਂਬਰ, ਸਾਰੇ ਤੁਹਾਨੂੰ ਇੱਕ ਪ੍ਰੋਪਰਟੀ ਸਟੈਪ ਬਾਈ ਸਟੈਪ ਗਾਈਡ ਕਰਦੇ ਆ। ਜੇਕਰ ਤੁਸੀਂ ਸਾਡੇ ਕੋਲ ਵਿਜ਼ਿਟ ਕਰਦੇ ਹੋ ਔਰ ਸਾਨੂੰ ਲੱਗਦਾ ਕੈਨੇਡਾ ਵਾਸਤੇ ਵਿਜ਼ਿਟ ਕਰ ਰਹੇ ਹੋ ਔਰ ਸਾਨੂੰ ਲੱਗਦਾ ਕਿ ਤੁਸੀਂ ਕੈਨੇਡਾ ਦੇ ਵਾਸਤੇ ਐਲੀਜੀਬਲ ਨਹੀਂ ਹੋ, ਤੁਹਾਨੂੰ ਆਸਟ੍ਰੇਲੀਆ UK ਕਰਨਾ ਚਾਹੀਦਾ, ਆਪਾਂ ਇਹ ਨਹੀਂ ਕਿ ਤੁਹਾਨੂੰ ਐਨਰੋਲ ਕਰਕੇ ਕੈਨੇਡਾ ਹੀ ਪਾਉਣਾ, ਨਹੀਂ। ਜਿਸ ਕੰਟਰੀ ਵਾਸਤੇ ਸਾਨੂੰ ਇਹ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਸਭ ਤੋਂ ਵਧੀਆ ਹੈਗੀ ਕਿ ਤੁਹਾਡਾ ਰਿਫਿਊਜ਼ਲ ਨਾ ਆਵੇ, ਵੀਜ਼ਾ ਹੀ ਆਵੇ, ਆਪਾਂ ਹਮੇਸ਼ਾ ਬੱਚੇ ਨੂੰ ਉਹੀਓ ਗਾਈਡ ਕਰਨਾ ਕਿ ਰਾਜੇ ਤੁਸੀਂ ਇਸ ਕੰਟਰੀ ਦੇ ਵਾਸਤੇ ਆਪਣੀ ਫਾਈਲ ਨੂੰ ਪ੍ਰੋਸੈਸ ਕਰੋ। ਸੋ ਜਿਸ ਵੀ ਕੰਟਰੀ ਤੁਸੀਂ ਪੜ੍ਹਨਾ ਚਾਹੁੰਦੇ ਹੋ, ਜ਼ਰੂਰੀ ਹੈ ਇੱਕ ਵਾਰ ਸਾਡੇ ਆਫਿਸ ਵਿਜ਼ਿਟ ਕਰੋ, ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਜਾਂ ਫਿਰ WhatsApp ਤੇ ਭੇਜ ਕੇ ਵੀ ਅਸੈਸਮੈਂਟ ਕਰਾ ਸਕਦੇ ਹੋ। AFS ਤੁਹਾਨੂੰ ਤੁਹਾਡੀ ਡ੍ਰੀਮ ਕੰਟਰੀ ਦੇ ਬਾਰੇ ਸਹੀ ਔਰ ਸੱਚੀ ਗਾਈਡੈਂਸ ਦੇਗਾ। ਬਿਲਕੁਲ ਜੀ, ਬਿਲਕੁਲ। ਸੋ ਅੱਜ ਅਸੀਂ ਕੈਨੇਡਾ ਦੀ ਗੱਲ ਵੀ ਕਰ ਲਈ ਆ, ਸਕੂਲਿੰਗ ਵੀਜ਼ਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸੋ ਜਿਹੜੀ ਵੀ ਕੰਟਰੀ 'ਚ ਜਾਣਾ ਚਾਹੁੰਦੇ AFS ਦੇ ਨੰਬਰ ਤੁਹਾਡੇ ਕੋਲ ਆ ਗਏ ਨੇ, ਜਲਦੀ ਨੋਟ ਕਰੋ, ਸ਼ੋਅ ਖਤਮ ਹੋਣ ਵਾਲਾ ਹੈ। ਸੋ ਥੈਂਕ ਯੂ ਸੋ ਮਚ ਸਰ। ਜੀ ਥੈਂਕ ਯੂ ਮੈਮ। ਡਿਸਕਸ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਮਨਦੀਪ ਕੋਹਾਲ ਹੈ ਤੇ ਮੈਂ ਸੁਜਾਨਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਆਪਣੀ ਗ੍ਰੈਜੂਏਸ਼ਨ 2021 ਚ ਪਾਸ ਆਊਟ ਕੀਤੀ ਹੈ ਤੇ ਮੇਰਾ 1 ਸਾਲ ਦਾ ਗੈਪ ਵੀ ਹੈਗਾ। ਉਸ ਤੋਂ ਬਾਅਦ ਮੇਰੀ ਸਪਲੀਆਂ ਵੀ ਬਹੁਤ ਜ਼ਿਆਦਾ ਸੀਗੀਆਂ ਤੇ ਮੇਰੇ ਪਾਪਾ ਨੇ ਮੈਨੂੰ EIFS ਬਾਰੇ ਦੱਸਿਆ ਤੇ ਮੈਂ ਇੱਥੇ ਆ ਕੇ ਵਿਜ਼ਿਟ ਕੀਤਾ ਤੇ ਇਹਨਾਂ ਦੀ ਮੈਂ ਦੇਖਿਆ ਕਿ ਬਹੁਤ ਚੰਗੀ ਸਰਵਿਸ ਹੈ, ਜੋ ਕਿ ਇਹ ਬਹੁਤ ਚੰਗੀ ਤਰ੍ਹਾਂ ਗਾਈਡ ਕਰਦੇ ਨੇ ਤੇ ਮੇਰਾ ਇਹਨਾਂ ਨੇ 18 ਦਿਨਾਂ 'ਚ ਵੀਜ਼ਾ ਲਿਆ ਕੇ ਦਿੱਤਾ ਤੇ ਮੈਂ ਬਹੁਤ ਹੀ ਖੁਸ਼ ਹਾਂ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ। मेरा नाम मिलिंद है, मैं कांगड़ा हिमाचल से बिलोंग करता हूँ।
मैंने 2019 में बीटेक पास की थी सिविल इंजीनियरिंग में। उस टाइम मैं कनाडा जाना चाहता था बट मेरी रिफ्यूज़ल आ गई थी। देन आई अप्रोच टू EIFS। इन्होंने मुझे PTE के लिए गाइड किया और मुझे ऑस्ट्रेलिया के लिए जाने के लिए अप्रोच किया स्टडी वीज़ा के लिए। मेरा PTE स्कोर 1 में 51 था और मेरा ऑस्ट्रेलिया का वीज़ा आ गया है विद इन 18 डेज थैंक टू EIFS। आप भी विजिट करो EIFS में, आपका भी वीज़ा लग जाएगा।